So, dear students, welcome back to the session of class 8th. Today, we will cover our first chapter of science subject. This chapter is crop production and management, and we will cover back exercise of this chapter. So, first of all, there are some filling the blanks. ਇਸ ਵਿੱਚ ਕੁਝ ਖਾਲੀ ਥਾਵਾਂ ਹਨ ਦੋਨੋਂ ਮੀਡੀਅਮ ਦੇ ਵਿੱਚ ਹਨ ਪੰਜਾਬੀ ਵਿੱਚ ਵੀ ਔਰ ਇੰਗਲਿਸ਼ ਮੀਡੀਅਮ ਵਿੱਚ ਵੀ ਓਕੇ ਸੋ ਇਸ ਵਿੱਚ ਪਹਿਲਾ ਕੁਐਸਚਨ ਜਿਹੜਾ ਹੈ ਉਹ ਹੈ ਕੋਈ ਵੀ ਸੂਖਮ ਜੀਵ ਜਿਹਨੂੰ ਅਸੀਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ ਨੇਕਡ ਆਈ ਨਾਲ ਜਾਂ ਵੱਡਾ ਜੰਤੂ ਜੋ ਫਸਲਾਂ ਨੂੰ ਹਾਨੀ ਪਹੁੰਚਾਵੇ ਉਸ ਨੂੰ ਕੀ ਆਖਾਂਗੇ ਬੱਚੋ ਉਸ ਨੂੰ ਬੱਚੋ ਅਸੀਂ ਕੀਟ ਆਖਦੇ ਹਾਂ ਮਤਲਬ ਐਨੀ ਮਾਈਕਰੋ ਆਰਗੇਨਿਜ਼ਮ ਔਰ ਐਨੀਮਲ ਦੈਟ ਅਟੈਕ ਔਨ ਕ੍ਰੌਪ ਇਜ਼ ਕਾਲਡ ਏ ਪੈਸਟ ਉਹਨਾਂ ਨੂੰ ਅਸੀਂ ਪੈਸਟ ਆਖਦੇ ਹਾਂ ਸੈਕਿੰਡ ਕੁਐਸਚਨ ਹੈ ਖਾਲੀ ਥਾਂ ਹੈ ਜਦੋਂ ਖੇਤ ਵਿੱਚ ਇੱਕੋ ਕਿਸਮ ਦੇ ਪੌਦੇ ਉਗਾਏ ਜਾਂਦੇ ਹਨ ਤਾਂ ਉਸ ਨੂੰ ਕੀ ਆਖਦੇ ਹਨ ਤੇ ਵਿਦਿਆਰਥੀਓ ਇਹ ਫਸਲ ਦੀ ਡੈਫੀਨੇਸ਼ਨ ਹੈ ਯਾਨੀ ਕਿ ਕ੍ਰੌਪ ਕੀ ਹੈ ਓਨਲੀ ਵਨ ਟਾਈਪ ਆਫ ਪਲਾਂਟਸ ਵਿਚ ਆਰ ਗਰੋਨ ਇਨ ਅ ਫੀਲਡ ਆਰ ਨੋਨ ਐਜ਼ ਕ੍ਰੌਪ ਠੀਕ ਹੈ ਉਸਨੂੰ ਅਸੀਂ ਮਤਲਬ ਕ੍ਰੌਪਸ ਜਾਂ ਫਿਰ ਆਪਾਂ ਕਹਿੰਦੇ ਇਜ਼ ਕਾਲਡ ਏ ਕ੍ਰੌਪ ਨੈਕਸਟ ਹੈ ਸਰਦੀ ਵਿੱਚ ਬੀਜੀਆਂ ਜਾਣ ਵਾਲੀਆਂ ਫਸਲਾਂ ਨੂੰ ਕੀ ਆਖਦੇ ਹਾਂ ਤੇ ਬੱਚੋ ਇਹਨਾਂ ਨੂੰ ਅਸੀਂ ਰੱਬੀ ਦੀਆਂ ਫਸਲਾਂ ਆਖਦੇ ਹਾਂ ਸਰਦੀ ਦੀ ਰੁੱਤ ਵਿੱਚ ਜਿਵੇਂ ਕਿ ਕਣਕ ਬੀਜੀ ਜਾਂਦੀ ਹੈ ਠੀਕ ਹੈ ਤਾਂ ਉਹ ਇੱਕ ਕੀ ਹੈ ਰੱਬੀ ਫਸਲ ਹੈ ਮੀਨਸ ਕ੍ਰੌਪਸ ਗਰੋਨ ਇਨ ਵਿੰਟਰ ਆਰ ਕਾਲਡ ਐਜ਼ ਰੱਬੀ ਕ੍ਰੌਪਸ ਤੇ ਇਹਨਾਂ ਨੂੰ ਕੱਟਦੇ ਕਦੋਂ ਆ ਬੱਚਿਓ ਅੱਜ ਕੱਲ ਜਿਵੇਂ ਕਿ ਤੁਹਾਡਾ ਫਸਟ ਚੈਪਟਰ ਜਿਹੜਾ ਤੁਹਾਨੂੰ ਪਤਾ ਹੈ ਸੈਸ਼ਨ ਦੇ ਸਟਾਰਟਿੰਗ ਵਿੱਚ ਹੀ ਹੁੰਦਾ ਹੈ ਅਪ੍ਰੈਲ ਠੀਕ ਹੈ ਸੋ ਅਪ੍ਰੈਲ ਦੇ ਵਿੱਚ ਮਾਰਚ ਅਪ੍ਰੈਲ ਮਈ ਇਹਦੇ ਵਿੱਚ ਜਿਹੜੀਆਂ ਫਸਲਾਂ ਕੱਟੀਆਂ ਜਾਂਦੀਆਂ ਉਹਨਾਂ ਨੂੰ ਫਿਰ ਕੱਟੀਆਂ ਜਾਂਦੀਆਂ ਮਤਲਬ ਕਿ ਜਿਨ੍ਹਾਂ ਦੀ ਵਾਢੀ ਕੀਤੀ ਜਾਂਦੀ ਹੈ ਉਹਨਾਂ ਨੂੰ ਅਸੀਂ ਰੱਬੀ ਕ੍ਰੌਪਸ ਆਖਦੇ ਹਾਂ ਨੈਕਸਟ ਇਜ਼ ਮੱਛੀ ਉਤਪਾਦਨ ਅਤੇ ਸਾਂਭ ਸੰਭਾਲ ਨੂੰ ਡੈਸ਼ ਆਖਦੇ ਹਨ ਇਸ ਨੂੰ ਬੱਚੋ ਅਸੀਂ ਮੱਛੀ ਪਾਲਣ ਆਖਾਂਗੇ प्रोडक्शन एंड मैनेजमेंट ऑफ फिश इज कॉल्ड ਪਿਸਕੀਕਲਚਰ ਠੀਕ ਹੈ ਉਸ ਤੋਂ ਬਾਅਦ ਹੈ ਫਸਲ ਉਤਪਾਦਨ ਨੂੰ ਬਾਜ਼ਾਰ ਵਿੱਚ ਵੇਚਣਾ ਇਹਨੂੰ ਬੱਚੋ ਮੰਡੀਕਰਨ ਕਹਿੰਦੇ ਹਨ ਠੀਕ ਹੈ ਮੰਡੀਆਂ ਲੱਗਦੀਆਂ ਹਨ तो ਮੰਡੀਕਰਨ ਆਖਦੇ ਹਨ तो ਸੈਲਿੰਗ ਆਫ ਕ੍ਰੌਪ yield in market are called as is called marketing ਓਕੇ ਅਗਲਾ ਹੈਗਾ ਘਰਾਂ ਵਿੱਚ ਦਾਣੇ ਡੈਸ਼ ਵਿੱਚ ਭੰਡਾਰਿਤ ਕੀਤੇ ਜਾਂਦੇ ਹਨ ਤਾਂ ਬੱਚੋ ਇਹ ਕਿਹਦੇ ਵਿੱਚ ਕਰਦੇ ਹਾਂ ਆਪਾਂ ਡਰਮ ਦੇ ਵਿੱਚ ਭੰਡਾਰਿਤ ਕਰਦੇ ਹਾਂ ਤਾਂ ਖਾਲੀ ਥਾਵਾਂ ਆਈ ਥਿੰਕ ਕਲੀਅਰ ਹੋਣਗੀਆਂ ਸਾਰਿਆਂ ਨੂੰ ਓਕੇ ਨੈਕਸਟ ਸਾਡੇ ਕੁਐਸਚਨ ਹੈ ਟਰੂ ਫਾਲਸ ਯਾਨੀ ਕਿ ਸਹੀ ਜਾਂ ਸਹੀ ਅਤੇ ਗਲਤ ਤੇ ਨਿਸ਼ਾਨ ਲਗਾਓ ਤਾਂ ਪਹਿਲਾ ਹੈ ਫਸਲ ਅਤੇ ਸਬਜ਼ੀਆਂ ਪੈਦਾ ਕਰਨ ਨੂੰ ਅਸੀਂ ਮੱਛੀ ਪਾਲਣ ਕਹਿੰਦੇ ਹਾਂ ਬੱਚੋ ਹੁਣੇ ਅਸੀਂ ਕਰਕੇ ਹਟੇ ਹਾਂ ਕਿ ਮੱਛੀ ਪਾਲਣ ਪਿਸਕੀਕਲਚਰ ਕੀ ਹੈ ਉਹਦੇ ਨਾਮ ਤੋਂ ਹੀ ਕਲੀਅਰ ਹੈ ਕਿ ਜਿੱਥੇ ਮੱਛੀਆਂ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਹੈ ਤਾਂ ਇਹ ਗਲਤ ਹੋ ਗਿਆ ਅਗਲਾ ਹੈ ਰਸਾਇਣਿਕ ਖਾਦਾਂ ਦੀ ਵੱਧ ਵਰਤੋਂ ਨਾਲ ਮਿੱਟੀ ਤੇਜ਼ਾਬੀ ਜਾਂ ਖਾਰੀ ਹੋ ਜਾਂਦੀ ਹੈ ਬੱਚੋ ਬਿਲਕੁਲ ਸਹੀ ਹੈ ਠੀਕ ਹੈ ਜਦੋਂ ਆਪਾਂ ਰਸਾਇਣਿਕ ਖਾਦਾਂ ਜਿਹੜੀਆਂ ਨੇ ਯਾਨੀ ਕਿ ਐਕਸੈਸਿਵ ਯੂਜ਼ ਆਫ ਫਰਟੀਲਾਈਜ਼ਰ ਜਿਹੜੇ ਨੇ ਉਹ ਫਿਰ ਸੋਇਲ ਨੂੰ ਕੀ ਹੈ ਪੈਦਾਵਾਰ ਤਾਂ ਵਧਾਉਂਦੇ ਹਨ ਫਸਲ ਦੀ ਪਰ ਸੋਇਲ ਨੂੰ ਜ਼ਿਆਦਾ ਐਸਿਡਿਕ ਕਰ ਦੇਣਗੇ ਜਾਂ ਬੇਸਿਕ ਕਰ ਦੇਣਗੇ ਡਿਪੈਂਡਿੰਗ ਅਪੋਨ ਦ ਟਾਈਪ ਆਫ ਫਰਟੀਲਾਈਜ਼ਰ ਵੀ ਆਰ ਯੂਜ਼ਿੰਗ ਓਕੇ तो ਇਹਦਾ ਆਂਸਰ ਹੈ ਟਰੂ ਆਏਗਾ ਅਗਲਾ ਹੈ ਮੈਨਿਓਰ ਕੰਟੇਨ ਮੋਰ ਨਿਊਟ੍ਰੀਐਂਟਸ ਇਨ ਕੁਆਂਟੀਟੀ ਦੈਨ ਫਰਟੀਲਾਈਜ਼ਰਸ ਮੈਨਿਓਰ ਕੀ ਹੁੰਦੇ ਹਨ ਮੈਨਿਓਰ ਬੱਚੋ ਕੀ ਹੈ ਦੇਸੀ ਖਾਦ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਜੋ ਕਿ ਰੂੜੀ ਖਾਦ ਹੁੰਦੀ ਹੈ ਇਸ ਵਿੱਚ ਰਸਾਇਣਿਕ ਖਾਦ ਦੀ ਤੁਲਨਾ ਵਿੱਚ ਵੱਧ ਪੌਸ਼ਕ ਹੁੰਦੇ ਹਨ ਬੱਚੋ ਰਸਾਇਣਿਕ ਖਾਦਾਂ ਜਿਹੜੀਆਂ ਨੇ ਉਹ ਜ਼ਿਆਦਾ ਪੌਸ਼ਿਕ ਪ੍ਰਦਾਨ ਕਰਦੀਆਂ ਹਨ ਪੌਸ਼ਿਕ ਤੱਤ ਪ੍ਰਦਾਨ ਕਰਦੀਆਂ ਨੇ ਮਤਲਬ ਕਿ ਨਿਊਟ੍ਰੀਐਂਟਸ ਕੁਆਂਟੀਟੀ ਦੇ ਵਿੱਚ ਰਾਦਰ ਦੈਨ ਮੈਨਿਓਰ ਯਾਨੀ ਕਿ ਰੂੜੀ ਖਾਦ ਠੀਕ ਹੈ ਤਾਂ ਇਹ ਆਂਸਰ ਜਿਹੜਾ ਹੈ ਕੀ ਹੈ ਗਲਤ ਹੋ ਗਿਆ ਹੈ ਨੈਕਸਟ ਹੈਗਾ ਮਿੱਟੀ ਪੁੱਟਣ ਲਈ ਸੁਹਾਗੇ ਦੀ ਵਰਤੋਂ ਕੀਤੀ ਜਾਂਦੀ ਹੈ ਬੱਚੋ ਮਿੱਟੀ ਪੁੱਟਣ ਲਈ ਅਸੀਂ ਕੀ ਹੈ ਹਲ ਵਗੈਰਾ ਯੂਜ਼ ਕਰਦੇ ਹਾਂ ਠੀਕ ਹੈ ਜਿਹਦੇ ਨਾਲ ਅਸੀਂ ਮਿੱਟੀ ਨੂੰ ਪੋਲਾ ਕਰਦੇ ਹਾਂ ਪੋਲਾ ਮਤਲਬ ਕਿ ਡਿਗਿੰਗ ਜਾਂ ਪੁੱਟਣ ਲਈ ਠੀਕ ਹੈ ਕੋਈ ਵੀ ਮਤਲਬ ਔਜ਼ਾਰ ਜਿਹੜਾ ਹੈ ਤੇ ਪਿਆਰੇ ਵਿਦਿਆਰਥੀਓ ਇਸ ਵਿੱਚ ਜਿਹੜਾ ਫਿਫਥ ਕੁਐਸਚਨ ਹੈ ਇਹ ਹੈ ਦੰਦਰਾਲ ਅਜਿਹਾ ਸਹੀ ਗਲਤ ਹੈ ਦੰਦਰਾਲ ਅਜਿਹਾ ਖੇਤੀ ਸੰਦ ਹੈ ਜਿਸ ਦੀ ਵਰਤੋਂ ਨਦੀਨ ਕੱਢਣ ਲਈ ਕੀਤੀ ਜਾਂਦੀ ਹੈ ਸੋ ਵਿਦਿਆਰਥੀਓ ਦੰਦਰਾਲ ਦੀ ਹੈਲਪ ਦੇ ਨਾਲ ਅਸੀਂ ਨਦੀਨ ਜਿਹੜੇ ਆ ਉਹ ਕੱਢਣ ਦੇ ਵਿੱਚ ਸਹਾਇਕ ਹੁੰਦੇ ਹਨ ਨਦੀਨ ਕੱਢਣ ਲਈ ਇਹ ਹੈਲਪ ਕਰਦੇ ਆ ਨਦੀਨ ਕੀ ਹੁੰਦੇ ਹਨ ਨਦੀਨ ਵਿੱਚੋਂ ਖੇਤ ਦੇ ਵਿੱਚ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਬੇਲੋੜੇ ਪੌਦੇ ਠੀਕ ਹੈ ਜੋ ਕਿ ਮੁੱਖ ਖੇਤੀ ਯਾਨੀ ਕਿ ਮੁੱਖ ਫਸਲ ਦੇ ਨਾਲ ਉੱਗ ਜਾਂਦੇ ਹਨ ਉਹਨਾਂ ਨੂੰ ਅਸੀਂ ਨਦੀਨ ਆਖਦੇ ਹਨ ਨਦੀਨਾਂ ਨੂੰ ਕੱਢਣ ਦਾ ਇੱਕ ਮੈਨੂਅਲ ਤਰੀਕਾ ਹੈ ਜਿਸ ਨੂੰ ਦੰਦਰਾਲ ਅਸੀਂ ਆਖਦੇ ਹਾਂ ਠੀਕ ਹੈ ਤੇ ਵਿਦਿਆਰਥੀਓ ਇਹ ਇੰਗਲਿਸ਼ ਦੇ ਵਿੱਚ ਇਹਦੀ ਟਰਾਂਸਲੇਸ਼ਨ ਨਹੀਂ ਹੈ ਇਹ ਅਲੱਗ ਕੁਐਸਚਨ ਹੈਗਾ ਕਿ ਪਲੌਗ ਕੀ ਹੁੰਦਾ ਇੱਕ ਹਲ
हल एक एग्रीकल्चर टूल है जिस नाल असी मिट्टी नूं पोला करते हाँ, ठीक है। तो बिल्कुल सही है बच्चों, ये ट्रू आएगा। ओके, तो मतलब ये 5th क्वेश्चन अलग हो गया, ठीक है। और इधरों इंग्लिश मीडियम वाले 5th क्वेश्चन जिहड़ा है इहदी पंजाबी जिहड़ी है तुसीं यही बना लेनी है कि कि हल एक अजिहा खेतीबाड़ी का संद है जिस नाल मिट्टी नूं पोला कीता जांदा है। तो ये बच्चों ट्रू होएगा। ओके, उस तो बाद नैक्सट मैच दी कॉलम ਹਨ। ਇਸ ਵਿੱਚ ਬੱਚੋ ਸਭ ਤੋਂ ਪਹਿਲਾਂ ਕੀ ਹੈ, ਇਹ ਇੱਕ ਅਜਿਹਾ ਖੇਤੀ ਸੰਦ ਹੈ ਜੋ ਕਟਾਈ ਅਤੇ ਗਹਾਈ ਕਰਕੇ ਦਾਣੇ ਵੱਖ ਕਰਦਾ ਹੈ। ਇਸ ਨੂੰ ਬੱਚੋ ਅਸੀਂ ਕੀ ਕਰਦੇ ਹਾਂ, ਇਸ ਨੂੰ ਬੱਚੋ ਅਸੀਂ ਕੰਬਾਈਨ ਆਖਦੇ ਹਾਂ, ਯਾਨੀ ਕਿ ਕੰਬਾਈਨ ਹਾਰਵੈਸਟਰ ਆਖਦੇ ਹਾਂ। ਅਗਲਾ ਹੈਗਾ ਮਾਸ ਅਤੇ ਅੰਡਿਆਂ ਲਈ ਪੰਛੀ ਪਾਲ ਮਾਸ ਅਤੇ ਅੰਡਿਆਂ ਲਈ ਪੰਛੀ ਪਾਲਣ ਨੂੰ ਕਹਿੰਦੇ ਹਨ। तो बच्चे मांस ਅਤੇ अंडिया ਲਈ मच्छी पालन ਨੂੰ ਕਹਿੰਦੇ ਹਨ, ਉਹਨੂੰ ਅਸੀਂ ਆਖਦੇ ਹਾਂ ਬੱਚੋ ਪੋਲਟਰੀ ਫਾਰਮ। ਠੀਕ ਹੈ, ਕੀ ਆਖਦੇ ਹਾਂ, ਪੋਲਟਰੀ ਫਾਰਮ ਆਖਦੇ ਹਾਂ। ਕੀਪਿੰਗ ਦੀ ਬਰਡਸ ਆਫ ਫॉर ਮੀਟ ਐਂਡ ਐਗਸ ਇਜ਼ ਕਾਲਡ ਐਜ਼ ਪੋਲਟਰੀ ਫਾਰਮ। ਠੀਕ ਹੈ, ਪੋਲਟਰੀ ਇਹਦੇ ਵਿੱਚ ਆਨਸਰ ਆਏਗਾ। ਅਗਲਾ ਹੈ ਇਹ ਨਾਈਟ੍ਰੋਜਨ ਭਰਪੂਰ ਰਸਾਇਣਿਕ ਖਾਦ ਹੈ। ਬੱਚੋ ਨਾਈਟ੍ਰੋਜਨ ਭਰਪੂਰ ਖਾਦ ਇਹਨਾਂ ਦੇ ਵਿੱਚੋਂ ਕਿਹੜੀ ਹੈ, ਯੂਰੀਆ। ਠੀਕ ਹੈ, ਕੀ ਆਏਗੀ, ਯੂਰੀਆ। ਯੂਰੀਆ ਦੇ ਵਿੱਚ ਨਾਈਟ੍ਰੋਜਨ ਦਾ ਭਰਪੂਰ ਮਾਤਰਾ ਹੁੰਦੀ ਹੈ। ਨਾਈਟ੍ਰੋਜਨ ਪੌਦਿਆਂ ਲਈ ਬਹੁਤ ਜ਼ਰੂਰੀ ਹੁੰਦੀ ਹੈ, ਇਸ ਨਾਲ ਪੌਦਿਆਂ ਦਾ ਜਿਹੜਾ ਆ ਉਹ ਵਧਣ ਫੁੱਲਣ ਬਹੁਤ ਵਧੀਆ ਹੁੰਦਾ ਹੈ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਹੈਗਾ 4th ਕੁਐਸਚਨ ਬਾਰਲੇ ਐਂਡ ਮਸਟਰਡ, ਯਾਨੀ ਕਿ ਜੌਂ ਅਤੇ ਸਰੋਂ। ਠੀਕ ਹੈ, ਜੌਂ ਅਤੇ ਸਰੋਂ ਇਹ ਕੀ ਆ ਬੱਚੋ, ਜੌਂ ਅਤੇ ਸਰੋਂ ਇੱਕ ਤਰ੍ਹਾਂ ਦੀਆਂ ਰੱਬੀ ਕ੍ਰੌਪਸ ਹਨ। ਠੀਕ ਹੈ, ਕੀ ਹਨ, ਰੱਬੀ ਕ੍ਰੌਪਸ। ਤੇ ਮੱਕੀ ਤੇ ਝੋਨਾ, ਮੱਕੀ ਝੋਨਾ ਜਿਹਨਾਂ ਨੂੰ ਅਸੀਂ ਚਾਵਲ ਝੋਨੇ ਨੂੰ ਅਸੀਂ ਚਾਵਲ ਆਖਦੇ ਹਾਂ। ਠੀਕ ਹੈ, ਤੇ ਇਹ ਬੱਚੋ ਸਾਰੀਆਂ ਖਰੀਫ ਦੀਆਂ ਫਸਲਾਂ ਹਨ। ਓਕੇ, ਮੱਕੀ ਤੇ ਝੋਨਾ ਕੀ ਹਨ, ਖਰੀਫ ਦੀਆਂ ਫਸਲਾਂ ਹਨ। ਓਕੇ, तो ਇਹ ਬੱਚੋ ਤੁਹਾਡੇ ਮੈਥ ਦੀ ਕਾਲਮ ਹੋ ਗਏ। ਉਸ ਤੋਂ ਬਾਅਦ ਹੁਣ ਕੁਐਸਚਨ ਜਿਹੜੇ ਨੇ ਉਹ MCQ ਦੇ ਰੂਪ ਵਿੱਚ ਹਨ। ਪਹਿਲਾ ਹੈ ਛਿੱਟਾ ਦੇਣਾ ਇੱਕ ਢੰਗ ਹੈ। ਛਿੱਟਾ ਦੇਣਾ ਕੀ ਹੁੰਦਾ ਬੱਚੋ, ਛਿੱਟੇ ਦੇਣ ਨਾਲ ਕੀ ਹੈ, ਮਤਲਬ ਕਿ ਬੀਜਣ ਦਾ ਇੱਕ ਢੰਗ ਹੈ। ਠੀਕ ਹੈ, ਤਾਂ ਅਸੀਂ ਇਸ ਨਾਲ ਕੀ ਹੈ, ਬੀਜ ਬੀਜਦੇ ਹਾਂ। ਉਸ ਤੋਂ ਬਾਅਦ ਨੈਕਸਟ ਠੀਕ ਆ, ਜਿਸ ਥਾਂ ਤੇ ਪਾਣੀ ਦੀ ਘਾਟ ਹੋਵੇ ਉੱਥੇ ਸਿੰਚਾਈ ਦਾ ਸਭ ਤੋਂ ਵਧੀਆ ਢੰਗ। ਉੱਥੇ ਵਿੱਚੋਂ ਸਿੰਚਾਈ ਦਾ ਤੁਪਕਾ ਪ੍ਰਣਾਲੀ ਜਿਹੜਾ ਹੈ ਇਹ ਵਧੀਆ ਢੰਗ ਮੰਨਿਆ ਜਾਊਗਾ, ਕਿਉਂਕਿ ਡ੍ਰਿਪ ਇਰੀਗੇਸ਼ਨ ਮੈਥਡ ਦੇ ਨਾਲ ਪਾਣੀ ਦੀ ਵੇਸਟੇਜ ਜਿਹੜੀ ਆ ਉਹ ਘੱਟ ਹੁੰਦੀ ਹੈ। ਅਗਲਾ ਕੁਐਸਚਨ ਹੈਗਾ ਅਰਥਵਾਰਮ ਇਜ਼ ਯੂਜ਼ਡ ਫॉर ਪ੍ਰੀਪੇਅਰਿੰਗ। ਅਰਥਵਾਰਮ ਵਿੱਚੋਂ ਗੰਡੋਇਆਂ ਤੋਂ ਤਿਆਰ ਕਰਨ ਵਾਲੀ ਖਾਦ ਹੁੰਦੀ ਹੈ ਜਿਸ ਨੂੰ ਅਸੀਂ ਵਰਮੀ ਕੰਪੋਸਟ ਆਖਦੇ ਹਾਂ। ਠੀਕ ਹੈ, ਕੀ ਆਖਦੇ ਹਾਂ, वर्मी कंपोस्ट। तो इसका आंसर ਜਿਹੜਾ ਹੈ वर्मी कंपोस्ट आएगा। The process of growing crop without using inorganic fertilizer। inorganic ਦਾ ਮਤਲਬ ਹੁੰਦਾ ਹੈ ਰਸਾਇਣਿਕ ਖਾਦਾਂ ਦੀ ਵਰਤੋਂ ਕੀਤੇ ਬਿਨਾ। ਠੀਕ ਹੈ, ਫਸਲ, ਇੱਥੇ ਫਸਲ ਆਣਾ ਹੈ, ਫਸਲ ਉਗਾਉਣ। ਠੀਕ ਹੈ, ਇਹਨੂੰ ਸਹੀ ਕਰ ਲੈਣਾ। ਫਸਲ ਉਗਾਉਣ ਦੇ ਢੰਗ ਨੂੰ ਕਹਿੰਦੇ ਹਨ, ਇਹਨੂੰ ਬੱਚੋ ਕਹਿੰਦੇ ਨੇ ਜੈਵਿਕ ਖੇਤੀ, ਯਾਨੀ ਕਿ ਆਰਗੈਨਿਕ ਫਾਰਮਿੰਗ। ਠੀਕ ਹੈ, ਆਰਗੈਨਿਕ ਫਾਰਮਿੰਗ ਆਖਦੇ ਹਾਂ, ਜਿਸ ਵਿੱਚ ਅਸੀਂ ਜਿਹੜੇ ਆ ਜੈਵਿਕ ਮਤਲਬ ਕਿ ਰਸਾਇਣਿਕ ਖਾਦਾਂ ਦੀ ਵਰਤੋਂ ਨਹੀਂ ਕਰਦੇ ਹਾਂ। ਠੀਕ ਹੈ, ਅਗਲਾ ਹੈ 3 ਬਹੁਮਾਤਰੀ ਪੋਸ਼ਕ ਤੱਤ। ਹਾਂਜੀ, ਬਹੁਮਾਤਰੀ ਦਾ ਮਤਲਬ 3 ਮੈਕਰੋ ਮਤਲਬ ਬਹੁਤ ਵੱਡੇ। ਠੀਕ ਹੈ, ਜਿਨ੍ਹਾਂ ਵਿੱਚ ਪੋਸ਼ਕ ਤੱਤਾਂ ਦੀ ਭਰਮਾਰ ਹੁੰਦੀ ਹੈ। ਤੋ ਇਹਦੇ ਵਿੱਚ ਬੱਚੋ ਯਾਦ ਰੱਖਣਾ ਤੁਸੀਂ ਫਾਰਮੂਲਾ ਇੱਦਾਂ ਯਾਦ ਰੱਖਣਾ NPK। ਠੀਕ ਹੈ, NPK। N ਦਾ ਮਤਲਬ ਨਾਈਟ੍ਰੋਜਨ, ਠੀਕ ਹੈ, P ਦਾ ਮਤਲਬ ਫਾਸਫੋਰਸ ਤੇ K ਦਾ ਮਤਲਬ ਪੋਟਾਸ਼ੀਅਮ। ਠੀਕ ਹੈ, NPK ਇਹ ਖਾਦ ਦਾ ਵੀ ਨਾਮ ਹੈ, ਆਮ ਤੁਹਾਨੂੰ ਬਾਜ਼ਾਰ ਦੇ ਵਿੱਚ ਵੀ ਮਿਲ ਜੂਗੀ। ਜੇ ਕੋਈ ਖੇਤੀਬਾੜੀ ਤੁਹਾਡੇ ਘਰ ਦੇ ਵਿੱਚ ਕੋਈ ਕਰਦਾ ਹੈ ਤਾਂ ਉਹਨਾਂ ਨੂੰ ਪਤਾ ਹੋਏਗਾ। NPK ਖਾਦ ਹੁੰਦੀ ਹੈ ਜਿਹਦੇ ਵਿੱਚ ਕੀ ਹੈ, ਨਾਈਟ੍ਰੋਜਨ, ਫਾਸਫੋਰਸ ਤੇ ਪੋਟਾਸ਼ੀਅਮ ਦੀ ਭਰਮਾਰ ਹੁੰਦੀ ਹੈ। ਇਹ ਖੇਤੀ ਲਈ ਬਹੁਤ ਸਹਾਇਕ ਮੰਨੀ ਗਈ ਹੈ, ਯਾਨੀ ਕਿ ਰਸਾਇਣਿਕ ਖਾਦ ਹੈ, ਪਰ ਰਸਾਇਣਿਕ ਖਾਦ ਦੇ ਤੁਹਾਨੂੰ ਨੁਕਸਾਨ ਵੀ ਪਤਾ ਹੈ, ਅਸੀਂ ਪੜ੍ਹਿਆ ਹੋਇਆ ਚੈਪਟਰ ਦੇ ਵਿੱਚ। ਤਾਂ ਤੂੜੀ ਵਿੱਚੋਂ ਦਾਣੇ ਵੱਖ ਕਰਨ ਦੀ ਵਿਧੀ ਨੂੰ, ਇਹਨੂੰ ਵਿੱਚੋਂ ਅਸੀਂ ਗਹਾਈ ਆਖਦੇ ਹਾਂ। ਠੀਕ ਹੈ, ਵਿਨੋਇੰਗ। ਤੂੜੀ ਦੇ ਵਿੱਚੋਂ ਦਾਣਿਆਂ ਨੂੰ ਅਲੱਗ ਕਰਨਾ ਉਹ ਕੀ ਹੁੰਦਾ ਹੈ, ਵਿਨੋਇੰਗ ਹੋਵੇਗਾ। ਠੀਕ ਹੈ, तो ਇਹ ਹੋ ਗਿਆ MCQ। ਉਸ ਤੋਂ ਬਾਅਦ ਹੁਣ ਛੋਟੇ ਕੁਐਸਚਨ ਹਨ ਫਟਾਫਟ। तो ਇਹਦੇ ਵਿੱਚ ਕੀ ਹੈ, ਦੁੱਧ ਲਈ ਪਾਲੇ ਜਾਂਦੇ ਪਸ਼ੂਆਂ ਦੇ ਨਾਮ ਬੱਚੋ ਤੁਹਾਨੂੰ ਪਤਾ ਹੋਏਗਾ, ਗਾਂ ਤੇ ਮੱਝ। ਗਾਂ ਦਾ ਮਤਲਬ ਆ ਗਿਆ ਕਾਉਸ। ਠੀਕ ਹੈ, ਮੱਝ ਦਾ ਮਤਲਬ ਬਫਲੋਜ਼। ਉਸ ਤੋਂ ਬਾਅਦ ਸਿੰਚਾਈ ਦੇ ਕੋਈ 2 ਪੁਰਾਤਨ ਢੰਗਾਂ ਦੇ ਨਾਮ ਲਿਖੋ। ਇਹਦੇ ਵਿੱਚ ਬੱਚੋ ਘਿਰਨੀ ਪ੍ਰਣਾਲੀ, ਚੇਨ ਪੰਪ, ਹਲਟ ਤੇ ਟੇਕਲੀ। ਇਹ ਤੁਹਾਡੀ ਬੁੱਕਸ ਦੇ ਵਿੱਚ ਹੋਏਗਾ। ਪੁਰਾਣੀ ਬੁੱਕਸ ਹਾਲੇ ਤੱਕ ਤੁਹਾਨੂੰ ਨਵੀਆਂ ਬੁੱਕਸ ਸ਼ਾਇਦ ਨਹੀਂ ਆਈਆਂ, ਤਾਂ ਇਹ ਵਿੱਚੋਂ ਪੁਰਾਣੀ ਬੁੱਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਠੀਕ ਹੈ, ਪਰਸ਼ੀਅਨ ਵੀਲ, ਹਲਟ ਜਿਹਨੂੰ ਕਹਿ ਦਿੰਦੇ ਨੇ, ਢੇਕਲੀ ਪ੍ਰਣਾਲੀ, ਇਹ ਸਾਰੇ ਇਹਦੇ ਵਿੱਚ ਆ ਜਾਂਦੇ ਨੇ। ਪਲੌ ਕੀ ਹੁੰਦਾ ਹੈ, ਪਲੌ ਹੁੰਦਾ ਹੈ ਹਲ। ਤਾਂ ਹਲ ਕੀ ਹੈ, ਲੱਕੜ
ਲੱਕੜ ਅਤੇ ਲੋਹੇ ਦਾ ਬਣਿਆ ਹੋਇਆ ਖੇਤੀ ਦਾ ਉਹ ਔਜ਼ਾਰ ਹੈ ਜਿਸ ਦੀ ਵਰਤੋਂ ਮਿੱਟੀ ਨੂੰ ਉਲਟਾਉਣ ਲਈ ਕੀਤੀ ਜਾਂਦੀ ਹੈ, ਖਾਦ ਪਾਉਣ ਲਈ ਕੀਤੀ ਜਾਂਦੀ ਹੈ, ਨਦੀਨ ਹਟਾਉਣ ਲਈ ਕੀਤੀ ਜਾਂਦੀ ਹੈ ਤੇ ਮਿੱਟੀ ਨੂੰ ਖੁਰਚਣ ਲਈ ਕੀਤੀ ਜਾਂਦੀ ਹੈ। ਠੀਕ ਹੈ। Plog is used for plogging, tilling, turning over soil, mixing the manure into the soil। ਠੀਕ ਹੈ। ਤੋ ਇੰਗਲਿਸ਼ ਵਿੱਚ ਤੁਸੀਂ ਇਸ ਤਰ੍ਹਾਂ ਲਿਖੋਗੇ। ਅਗਲਾ ਹੈ ਫਸਲ ਫਲਾਂ ਅਤੇ ਸਬਜ਼ੀਆਂ ਦਾ ਭੰਡਾਰਨ ਕਿੱਥੇ ਕੀਤਾ ਜਾਂਦਾ ਹੈ? ਬੱਚੋ ਤੁਹਾਨੂੰ ਪਤਾ ਹੋਏਗਾ ਕੋਲਡ ਸਟੋਰ। ਠੀਕ ਹੈ। ਇਹਨੂੰ ਅਸੀਂ ਇੱਕ ਤਰ੍ਹਾਂ ਦੀ ਰੈਫਰੀਜਰੇਟਰ ਕਹਿ ਦਿੰਦੇ ਹਾਂ। ਉੱਥੇ ਵੱਡੇ ਪੱਧਰ ਤੇ ਉੱਥੇ ਕਰਦੇ ਹਨ, ਬਾਕੀ ਜੋ ਫਸਲਾਂ ਆਪਣਾ ਘਰ ਦੇ ਵਿੱਚ ਉਹ ਡਰਮ ਦੇ ਵਿੱਚ ਰੱਖਦੇ ਹਾਂ। ਠੀਕ ਹੈ। ਅਗਲਾ ਵਿੱਚ ਛੋਟੇ ਪ੍ਰਸ਼ਨਾਂ ਵਿੱਚ ਨਦੀਨ ਆ ਗਿਆ। ਨਦੀਨ ਦੋ ਨਦੀਨਾਂ ਦੇ ਨਾਂ ਲਿਖੋ। ਠੀਕ ਹੈ। ਇੱਥੇ ਦੋ ਹੈ, ਦੋ ਨਦੀਨਾਂ ਤੇ ਨਦੀਨ ਕੱਢਣ ਲਈ ਇੱਕ ਢੰਗ ਵੀ ਲਿਖਣਾ ਹੈ। ਨਦੀਨ ਕੀ ਹੈ? ਖੇਤ ਦੇ ਵਿੱਚ ਵਾਧੂ ਫਸਲ। ਠੀਕ ਹੈ। ਵਾਧੂ ਪੌਦੇ ਜਿਹੜੇ ਉੱਗ ਜਾਂਦੇ ਹਨ ਮੁੱਖ ਫਸਲ ਦੇ ਨਾਲ ਉਹਨੂੰ ਨਦੀਨ ਆਖਦੇ ਹਨ। ਤੋ ਇਹਦੇ ਵਿੱਚ ਤਾਂਦਲਾ ਤੇ ਚਲਾਈ, ਚਲਾਈ ਵਗੈਰਾ ਤੁਸੀਂ ਸੁਣਿਆ ਹੋਏਗਾ। ਚਲਾਈ ਵੈਸੇ ਤਾਂ ਉਹਦਾ ਚਲੋ ਸਾਗ ਦੇ ਵਿੱਚ ਵੀ ਕਈ ਬਣਾਉਣ ਦੇ ਵਿੱਚ ਯੂਜ਼ ਕਰ ਲੈਂਦੇ ਆ, ਪਰ ਉਹ ਵਾਧੂ ਫਸਲ ਆ। ਠੀਕ ਹੈ। ਕਿਉਂਕਿ ਚਲਾਈ ਦੀ ਖੇਤੀ ਜਿਹੜੀ ਆ ਵੱਡੇ ਪੱਧਰ ਤੇ ਨਹੀਂ ਹੁੰਦੀ, ਉਹ ਵਾਧੂ ਪੌਦੇ ਹਨ। ਤੇ ਇਸ ਨੂੰ ਵਿੱਚੋਂ ਅਸੀਂ ਅਮਰਾਥਨਸ, ਠੀਕ ਹੈ, ਚਲਾਈ ਜਿਹੜੀ ਹੈ, ਤੇ ਚਿੰਪੋਂਡੀਅਮ ਜਿਹੜਾ ਹੈ ਬਾਥੂ, ਬਾਥੂ ਵੀ ਇਹਦੇ ਵਿੱਚ ਆ ਜਾਂਦਾ ਹੈ। ਠੀਕ ਹੈ। ਤੋ ਇਹ ਦੋਨੋਂ ਆਮ ਤੁਸੀਂ ਸੁਣੇ ਹੋਣਗੇ। ਓਕੇ। ਨਦੀਨ ਹਟਾਉਣ ਦਾ ਢੰਗ, ਨਦੀਨ ਨੂੰ ਹਟਾਉਣ ਦਾ ਢੰਗ ਕੀ ਹੈ? ਇਹਨੂੰ ਬੱਚੋ ਜਾਂ ਤਾਂ ਹੱਥ ਨਾਲ ਪੁੱਟ ਲਓ ਜਾਂ ਖੁਰਪੀ ਦੇ ਨਾਲ ਜਾਂ ਨਦੀਨ ਨਾਸ਼ਕਾਂ ਦੀ ਹੈਲਪ ਦੇ ਨਾਲ। ਠੀਕ ਹੈ। ਤੋ ਨਦੀਨ ਨਾਸ਼ਕ ਹੁਣ ਯਾਦ ਰੱਖਣਾ ਤੁਸੀਂ 2,4-D, ਇਹ ਸਾਰੇ ਬੱਚਿਆਂ ਨੂੰ ਆਉਣਾ ਚਾਹੀਦਾ। 2,4-D ਨਦੀਨ ਨਾਸ਼ਕ ਇੱਕ ਹੈ, ਇੱਕ ਹੈਗਾ ਬੂਟਾ ਕਲੋਰ। ਠੀਕ ਹੈ। ਇਹ ਦੋਨੋਂ ਜਿਹੜੇ ਨੇ ਤੁਹਾਨੂੰ ਪਤਾ ਹੋਣੇ, ਪੇਪਰ ਦੇ ਵਿੱਚ ਪੁੱਛ ਲੈਂਦੇ ਹਨ ਕਿ ਕੋਈ ਦੋ ਕੈਮੀਕਲ ਜਿਹੜੇ ਨੇ ਉਹ ਦੱਸੋ ਨਦੀਨ ਨਾਸ਼ਕ। ਉਹਦੇ ਵਿੱਚ ਐਗਜ਼ਾਮਪਲ ਆ ਗਈ 2,4-D ਤੇ ਬੂਟਾ ਕਲੋਰ। ਪੰਜਾਬੀ ਚ ਬੂਟਾ ਕਲੋਰ ਇੱਦਾਂ ਲਿਖਣਾ, ਬੂਟਾ, ਠੀਕ ਹੈ, ਕਲੋਰ। ਓਕੇ। ਬੂਟਾ ਬੱਬੇ ਨੂੰ ਦੋ ਲੰਕੜ ਟੈਂਕੇ ਨੂੰ ਕਰਨਾ। ਠੀਕ ਹੈ। ਬੂਟਾ ਕਲੋਰ। ਉਸ ਤੋਂ ਬਾਅਦ ਨੈਕਸਟ ਹੈਗਾ, ਇਹ ਬੱਚੋ ਨਵਾਂ ਕੁਐਸਚਨ ਆਇਆ ਹੈ ਨਵੀਂ ਕਿਤਾਬ ਦੇ ਵਿੱਚ, ਹਾਈਬ੍ਰਿਡਾਈਜੇਸ਼ਨ। ਠੀਕ ਹੈ। ਤੁਸੀਂ ਹਾਈਬ੍ਰਿਡ ਪੌਦਿਆਂ ਦੇ ਬਾਰੇ ਸੁਣਿਆ ਹੋਏਗਾ। ਠੀਕ ਹੈ। ਉਹ ਕੀ ਹੁੰਦਾ ਹੈ ਕਿ ਇੱਕ ਪੌਦੇ ਨੂੰ ਹਾਈਬ੍ਰਿਡ ਤਰੀਕੇ ਨਾਲ ਬਣਾਉਣਾ। ਜਿਵੇਂ ਕਿ ਮੰਨ ਲਓ ਤੁਹਾਡੇ ਘਰ ਦੇ ਵਿੱਚ, ਤੁਹਾਡੇ ਘਰ ਦੇ ਜਿਹੜੇ ਨੇ ਉਹ ਪੋਪੂਲਰ ਦੀ ਖੇਤੀ ਕਰਦੇ ਹਨ। ਤਾਂ ਪੋਪੂਲਰ ਨੂੰ ਕੀ ਆ, ਹਾਈਬ੍ਰਿਡ ਤਰੀਕੇ ਨਾਲ ਜਾਂ ਸਪੈਦੇ ਜਿਹੜੇ ਨੇ ਹਾਈਬ੍ਰਿਡ ਤਰੀਕੇ ਨਾਲ ਕਰਨੇ, ਕਿ ਜਿਹੜਾ ਇੱਕ ਪੌਦਾ ਨਾਰਮਲ 10 ਸਾਲ ਦੇ ਵਿੱਚ ਹੋ ਰਿਹਾ ਸੀ, ਜਿਹੜਾ ਹਾਈਬ੍ਰਿਡ ਹੋਏਗਾ ਉਹ ਉਹੀ ਪੌਦੇ ਦੇ ਵਿੱਚ ਦੋ ਪੌਦਿਆਂ ਦੇ ਗੁਣ ਆ ਜਾਣੇ, ਜਿਹਦੇ ਕਰਕੇ ਉਹ ਜਲਦੀ ਜਲਦੀ ਜਿਹੜਾ ਆ ਹੋਏਗਾ, ਯਾਨੀ ਕਿ 5 ਸਾਲਾਂ ਦੇ ਵਿੱਚ ਉਹ ਤਿਆਰ ਹੋ ਜਾਊਗਾ। ਠੀਕ ਹੈ। ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਹੈ ਪਾਪੂਲਰ ਜਿਹੜੇ 5 ਸਾਲਾਂ ਦੇ ਵਿੱਚ ਸਪੈਦੇ 5 ਸਾਲਾਂ ਦੇ ਵਿੱਚ ਤਿਆਰ ਹੋ ਰਿਹਾ, ਉਹ ਕੀ ਹੈ, ਹਾਈਬ੍ਰਿਡ ਹੁੰਦੇ ਹਨ। ਠੀਕ ਹੈ। ਉਹਨੂੰ ਹਾਈਬ੍ਰਿਡ ਕਹਿ ਦਿੰਦੇ। ਅੱਜ ਕੱਲ੍ਹ ਤਾਂ ਕਾਰਾਂ ਵੀ ਹਾਈਬ੍ਰਿਡ ਆ ਗਈਆਂ, ਉਹਨਾਂ ਦੇ ਇੰਜਨ ਹਾਈਬ੍ਰਿਡ ਨੇ, ਤੇਜ਼ ਸਪੀਡਾਂ ਹੁੰਦੀਆਂ ਉਹਨਾਂ ਦੀਆਂ। ਠੀਕ ਹੈ। ਤੋ ਇਹਨੂੰ ਪੰਜਾਬੀ ਕਹਿੰਦੇ ਦੋਗਲਾਕਰਨ। ਕੀ ਹੁੰਦਾ ਹੈ, ਕਿਵੇਂ ਲਾਭਦਾਇਕ ਹੈ? ਤੋਂ ਭਾਰਤੀ ਖੇਤੀ ਵਿਗਿਆਨੀਆਂ ਨੇ ਸਥਾਨਕ ਨਸਲਾਂ, ਸਥਾਨਕ ਨਸਲ ਕਿਹੜੀ ਹੋਗੀ, ਲੋਕਲ ਬਰੀਡ। ਠੀਕ ਹੈ। ਤੇ ਵਿਦੇਸ਼ੀ ਨਸਲ, ਵਿਦੇਸ਼ੀ ਮਤਲਬ ਐਗਜ਼ੋਟਿਕ ਬਰੀਡ ਜਿਹੜੀਆਂ ਨੇ, ਉਹਨਾਂ ਦੋਨਾਂ ਦੀ ਮਿਕਸਿੰਗ ਕਰਕੇ ਨਵੀਆਂ ਨਸਲਾਂ ਤਿਆਰ ਕੀਤੀਆਂ, ਜਿਹਦੇ ਨਾਲ ਕਿ ਵੱਧ ਝਾੜ ਮਿਲੇ। ਠੀਕ ਹੈ। ਕੀ ਮਿਲੇ? ਵੱਧ ਝਾੜ ਮਿਲੇ। ਉਹਨੂੰ ਬੱਚੋ ਦੋਗਲਾਕਰਨ ਕਹਿ ਦਿੰਦੇ ਨੇ। ਤਾਂ ਮਤਲਬ ਕਿ ਇਸ ਨਾਲ ਹਾਈਬ੍ਰਿਡਾਈਜੇਸ਼ਨ ਜਿਹੜੀ ਹੈ ਕ੍ਰੌਪ ਦੀ ਯੀਲਡ ਨੂੰ ਵਧਾਉਂਦਾ ਹੈ, ਤੇ ਡਿਜ਼ੀਜ਼ ਜਿਹੜੀਆਂ ਕ੍ਰੌਪਸ ਦੇ ਵਿੱਚ ਮਤਲਬ ਕਿ ਬਿਮਾਰੀਆਂ ਲੱਗ ਸਕਦੇ ਫਸਲਾਂ ਨੂੰ, ਜਿਹੜੇ ਬਿਮਾਰੀਆਂ ਸੁੰਡੀ ਵਗੈਰਾ ਪੈ ਜਾਂਦੀ, ਉਹਦੇ ਨਾਲ ਫਿਰ ਉਹਦੇ ਵਿੱਚ ਰਿਡਕਸ਼ਨ ਆਈ ਹੈ, ਕਮੀ ਆਈ ਹੈ। ਠੀਕ ਹੈ। ਲੱਗਿਆ ਪਤਾ ਜੀ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ, ਬਾਇਓ ਫਰਟੀਲਾਈਜ਼ਰ ਕਿਹੜੇ ਹੁੰਦੇ ਨੇ? ਇਹਨਾਂ ਨੂੰ ਬੱਚੋ ਜੈਵਿਕ ਖਾਦਾਂ, ਯਾਨੀ ਕਿ ਹਰੀ ਖਾਦ। ਠੀਕ ਹੈ। ਜੋ ਕਿ ਕਾਰਬਨਿਕ ਪਦਾਰਥ ਤੋਂ ਬਣੀ ਹੋਊਗੀ। ਕਾਰਬਨਿਕ ਪਦਾਰਥ ਕਿਹੜੇ ਹੁੰਦੇ ਹਨ? ਕਾਰਬਨਿਕ ਪਦਾਰਥ ਉਹ ਹਨ ਜਿਹੜੇ ਕਿ ਜੰਤੂ ਤੇ ਪੌਦਿਆਂ ਤੇ ਵਿਅਰਥ ਪਦਾਰਥਾਂ ਦੇ ਅਪਘਟਨ ਤੋਂ ਪ੍ਰਾਪਤ ਹੁੰਦਾ ਹੈ। ਠੀਕ ਹੈ। ਤਾਂ ਕਾਰਬਨਿਕ ਪਦਾਰਥ ਕਿੱਥੋਂ ਪ੍ਰਾਪਤ ਹੁੰਦੇ ਹਨ? ਪੌਦਿਆਂ ਅਤੇ ਜੰਤੂਆਂ ਦੇ ਵਿਅਰਥ ਪਦਾਰਥਾਂ ਦੇ ਅਪਘਟਨ ਤੋਂ, ਜੋ ਕਿ ਭੂਮੀ ਨੂੰ ਕੀ ਆ, ਪੌਸ਼ਟਿਕ ਤੱਤ ਪ੍ਰਦਾਨ ਕਰਦੇ ਹਨ ਤੇ ਉਹਦੀ ਉਪਜਾਊ ਸ਼ਕਤੀ ਨੂੰ ਵਧਾਉਂਦੇ ਹਨ। ਪਰ ਮਤਲਬ ਜ਼ਿਆਦਾ ਅਮਾਊਂਟ 'ਚ ਨਹੀਂ ਵਧਾਉਣਗੇ ਕੰਪੈਰੇਟਿਵ ਟੂ ਜਿਹੜੀਆਂ ਰਸਾਇਣਿਕ ਖਾਦਾਂ ਹੁੰਦੀਆਂ ਨੇ, ਪਰ ਇਹ ਕਾਫੀ ਸਹਾਇਕ ਹੁੰਦੇ ਹਨ। ਜਿਵੇਂ ਕਿ ਤੁਸੀਂ ਐਜ਼ੋਬੈਕਟਰ ਨਾਮ ਦੇ ਬੈਕਟੀਰੀਆ ਜਾਂ ਰਾਈਜ਼ੋਬੀਅਮ ਬੈਕਟੀਰੀਆ ਦਾ ਨਾਮ ਸੁਣਿਆ ਹੋਏਗਾ। ਤਾਂ ਰਾਈਜ਼ੋਬੀਅਮ ਬੈਕਟੀਰੀਆ ਕੀ ਕਰਦੇ ਹਨ? ਜਿਹੜੇ ਕਿ ਫਲੀਦਾਰ ਪੌਦਿਆਂ ਦੀਆਂ ਗੰਢਾਂ ਦੇ ਵਿੱਚ ਪਾਏ ਜਾਂਦੇ ਹਨ, ਤੇ ਫਲੀਦਾਰ ਪੌਦਿਆਂ ਦੀਆਂ ਗੰਢਾਂ ਦੇ ਵਿੱਚ ਇਹ ਕੀ ਹੈ, ਵਾਯੂਮੰਡਲ ਦੀ ਨਾਈਟ੍ਰੋਜਨ ਨੂੰ ਬੱਚੋ ਫਿਕਸ ਕਰ ਦਿੰਦੇ ਹਨ। ਠੀਕ ਹੈ। ਤਾਂ ਉਹਦੀ ਫਰਟੀਲਿਟੀ ਨੂੰ ਕੀ ਹੈ, ਇਨਕਰੀਜ਼ ਕਰਦੇ ਹਨ। ਕੀ ਕਰਦੇ ਹਨ? ਫਰਟੀਲਿਟੀ ਨੂੰ ਇਨਕਰੀਜ਼ ਕਰਦੇ ਹਨ। ਓਕੇ। ਉਸ ਤੋਂ ਬਾਅਦ ਨੈਕਸਟ ਹੈਗਾ, ਬੀਜ ਬੀਜਣ ਦੇ ਵੱਖ-ਵੱਖ ਢੰਗ। ਤੇ ਬੱਚੋ ਕੀ ਹੈ, ਤੁਹਾਨੂੰ ਪਤਾ ਹੱਥ ਨਾਲ ਵੀ ਛਿੱਟਾ ਦੇ ਸਕਦੇ ਹਾਂ, ਹੱਥਾਂ ਨਾਲ ਬੀਜ ਸਕਦੇ ਹਾਂ। ਬੀਜ ਡਰਿਲ ਦਾ ਯੂਜ਼ ਅਸੀਂ ਕਰ ਸਕਦੇ ਹਾਂ, ਜਿਸ ਨੂੰ ਸੀਡ ਡਰਿਲ ਕਹਿੰਦੇ ਹਾਂ। ਓਕੇ। ਤੋ ਇਹ ਬੱਚੋ ਬ੍ਰੌਡਕਾਸਟਿੰਗ, ਸੋਇੰਗ ਬਾਈ ਹੈਂਡ, ਸੋਇੰਗ ਵਿਦ ਸੀਡ ਡਰਿਲ। ਓਕੇ। ਤਾਂ ਨੈਕਸਟ ਕੁਐਸਚਨ ਹੈ ਪਨੀਰੀ ਲਗਾਉਣ ਤੋਂ। ਪਨੀਰੀ ਬੱਚੋ ਤੁਹਾਨੂੰ ਪਤਾ ਹੈ, ਹੁਣ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਜੁਲਾਈ, ਹੁਣ ਪਨੀਰੀ ਜਿਹੜੀ ਆ ਉਹ ਤਿਆਰ ਹੋਣੀ ਆ ਆਉਣ ਵਾਲੇ ਸਮੇਂ ਦੇ ਵਿੱਚ, ਕਿਹਦੀ? ਝੋਨੇ ਦੀ। ਠੀਕ ਹੈ। ਆਉਣ ਵਾਲੇ ਸਮੇਂ ਦੇ ਵਿੱਚ ਤਾਂ
ਜੂਨ ਤੋਂ ਬਾਅਦ ਜੁਲਾਈ ਅਗਸਤ ਦੇ ਵਿੱਚ ਜ਼ਿਆਦਾਤਰ ਝੋਨਾ ਜਿਹੜਾ ਉਹ ਬੀਜਿਆ ਜਾਂਦਾ ਵਰਖਾ ਦੀ ਰੁੱਤ ਵਿੱਚ, ਕਿਉਂਕਿ ਝੋਨੇ ਨੂੰ ਪਾਣੀ ਦੀ ਜ਼ਿਆਦਾ ਮਾਤਰਾ ਦੀ ਲੋੜ ਪੈਂਦੀ ਹੈ ਤੇ ਉਹਨਾਂ ਧਰਤੀ 'ਚੋਂ ਪਾਣੀ ਜਿਹੜਾ ਅਵੇਲੇਬਲ ਨਹੀਂ ਹੈ। ਤਾਂ ਜ਼ਿਆਦਾਤਰ ਕਿਸਾਨ ਜਿਹੜੇ ਨੇ ਉਹ ਇਹ ਸੋਚਦੇ ਨੇ ਕਿ ਵਰਖਾ ਹੋਏਗੀ ਤੇ ਵਰਖਾ ਦਾ ਪਾਣੀ ਜਿਹੜਾ ਹੈ ਉਹ ਜ਼ਿਆਦਾ ਉੱਥੇ ਯੂਜ਼ ਹੋ ਜਾਊਗਾ। ਤੋ ਝੋਨੇ ਲਈ ਵੱਧ ਪਾਣੀ ਦੀ ਲੋੜ ਪੈਂਦੀ ਹੈ, ਉਸਨੂੰ ਬਰਸਾਤ ਦੀ ਰੁੱਤ 'ਚ ਬੀਜਿਆ ਜਾਂਦਾ ਹੈ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਤੇ ਪਨੀਰੀ ਲਾਉਣ ਦਾ ਭਾਵ ਹੈ ਕਿ ਇੱਕ ਛੋਟੇ ਛੋਟੇ ਪੌਦਿਆਂ ਨੂੰ ਅਸੀਂ ਬੀਜਣਾ ਤੇ ਨਰਸਰੀ 'ਚੋਂ ਪੁੱਟ ਕੇ ਉਹਨੂੰ ਹੱਥਾਂ ਦੇ ਨਾਲ ਖੇਤੀ ਦੀ ਜਿਹੜੀ ਆ ਦੁਬਾਰਾ ਉਹ ਕਿਸੇ ਹੋਰ ਖੇਤ ਦੇ ਵਿੱਚ ਜਾ ਕੇ ਪੁੱਟ ਕੇ ਲਗਾ ਦੇਣਾ, ਉਹਨੂੰ ਪਨੀਰੀ ਬੀਜਣੀ ਕਹਿ ਦਿੰਦੇ ਆ। ਤੇ ਚਾਵਲ ਇੱਥੇ ਵਿੱਚੋਂ ਐਗਜ਼ਾਮਪਲ ਤੁਹਾਨੂੰ ਦਿੱਤੀ ਹੋਈ ਹੈ, ਠੀਕ ਹੈ। ਤੋ ਇਹ ਯਾਦ ਰੱਖਣਾ ਹੈ, ਇਹਦੇ ਬਾਰੇ ਤੁਸੀਂ ਹੁਣ ਲਿਖ ਲੈਣਾ ਕਿ ਛੋਟੇ ਪੌਦਿਆਂ ਨੂੰ ਨਰਸਰੀ ਵਿੱਚੋਂ ਪੁੱਟ ਕੇ ਹੱਥਾਂ ਨਾਲ ਖੇਤਾਂ ਵਿੱਚ ਬੀਜਣ ਦੀ ਪ੍ਰਕਿਰਿਆ ਨੂੰ ਪਨੀਰੀ ਲਗਾਉਣਾ ਕਹਿੰਦੇ ਹਨ, ਠੀਕ ਹੈ। ਤਾਂ ਪਨੀਰੀ ਆਪਾਂ ਏਦਾਂ ਲਗਾਉਂਦੇ ਹਾਂ, ਚਾਵਲਾਂ ਦੀ ਪਨੀਰੀ ਸਾਰਿਆਂ ਨੂੰ ਪਤਾ ਹੋਊਗੀ। ਚਾਵਲਾਂ ਦੇ ਬੀਜ ਨਹੀਂ ਬੀਜੇ ਜਾਂਦੇ ਸਿੱਧੇ ਖੇਤ ਦੇ ਵਿੱਚ, ਚਾਵਲ ਦੀ ਪਹਿਲਾਂ ਪਨੀਰੀ ਤਿਆਰ ਕੀਤੀ ਜਾਂਦੀ ਬੀਜਾਂ ਤੋਂ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪੁੱਟ ਕੇ ਫਿਰ ਖੇਤਾਂ ਦੇ ਵਿੱਚ ਲਗਾਇਆ ਜਾਂਦਾ ਹੈ, ਠੀਕ ਹੈ, ਭਰਪੂਰ ਪਾਣੀ ਦੇ ਵਿੱਚ। ਤੇ ਉਸ ਤੋਂ ਬਾਅਦ ਵਿੱਚੋਂ ਕੀਟ ਪੈਸਟ ਕੀ ਹੁੰਦੇ ਹਨ, ਪੈਸਟ ਜੋ ਕਿ ਜਿਵੇਂ ਕਿ ਇਹਦੇ ਵਿੱਚ ਸਾਰੇ ਹੀ ਆ ਗਏ ਜੀਵ, ਜਿੱਦਾਂ ਕਿ ਪੰਛੀ, ਕੁਤਰਨ ਵਾਲੇ ਜੀਵ, ਚੂਹਾ ਹੋ ਗਿਆ, ਠੀਕ ਹੈ, ਗਲਹਿਰੀਆਂ ਹੋ ਗਈਆਂ। ਤੋ ਇਹ ਸਾਰੇ ਜਿਹੜੇ ਕਿ ਪੌਦੇ ਯਾਨੀ ਕਿ ਫਸਲਾਂ ਨੂੰ ਹਾਨੀ ਪਹੁੰਚਾਉਂਦੇ ਹਨ, ਇਹਨਾਂ ਨੂੰ ਕੀਟ ਕਹਿੰਦੇ ਹਨ, ਠੀਕ ਹੈ। ਲੱਗ ਗਿਆ ਪਤਾ ਜੀ। ਉਸ ਤੋਂ ਬਾਅਦ ਇਹਦੇ ਵਿੱਚ ਐਗਜ਼ਾਮਪਲ ਦੇਖੋ, ਹੁਣ ਦੱਸ ਹੀ ਦਿੱਤੀਆਂ ਤੁਹਾਨੂੰ ਇੰਗਲਿਸ਼ ਵਿੱਚ ਆਪਾਂ, ਇਨਸੈਕਟ, ਬਰਡ, ਰੋਡੈਂਟਸ, ਬਿਗ ਐਨੀਮਲਸ, ਠੀਕ ਹੈ। ਤੋ ਜਿੱਦਾਂ ਜੰਗਲੀ ਸੂਰ ਵੀ ਇਹਦੇ ਵਿੱਚ ਆ ਸਕਦੇ ਹਨ, ਓਕੇ ਜੀ। ਉਸ ਤੋਂ ਬਾਅਦ ਵਿੱਚੋਂ ਮੈਨਿਓਰ, ਰੂੜੀ ਖਾਦ ਤੇ ਰਸਾਇਣਿਕ ਖਾਦ। ਰੂੜੀ ਖਾਦ ਤੁਹਾਨੂੰ ਦੱਸਿਆ ਹੀ ਸੀ ਜੈਵਿਕ ਪਦਾਰਥਾਂ ਤੋਂ ਮਿਲ ਕੇ ਬਣਦੀ ਹੈ, ਅਜੈਵਿਕ ਪਦਾਰਥਾਂ ਤੋਂ ਮਿਲ ਕੇ ਬਣਦੀ ਹੈ, ਠੀਕ ਹੈ। ਕਾਰਬਨ ਦੀ ਮਾਤਰਾ ਜਿਹੜੀ ਹੈ ਇਹਦੇ ਵਿੱਚ ਰੂੜੀ ਖਾਦ ਦੇ ਵਿੱਚ ਵੱਧ ਹੋਏਗੀ, ਇੱਥੇ ਕਾਰਬਨ ਨਹੀਂ ਹੁੰਦਾ ਹੈ, ਅਕਾਰਬਨਿਕ ਪਦਾਰਥ ਇਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਰਸਾਇਣਿਕ ਖਾਦਾਂ ਨੂੰ। ਇਹ ਕਾਰਖਾਨਿਆਂ ਵਿੱਚ, ਫੈਕਟਰੀਆਂ ਵਿੱਚ ਤਿਆਰ ਕੀਤੀ ਜਾਂਦੀ ਹੈ, ਔਰ ਰੂੜੀ ਖਾਦ ਜਿਹੜੀ ਹੈ ਪਸ਼ੂਆਂ ਦੇ ਵਿਅਰਥ ਪਦਾਰਥਾਂ ਤੋਂ ਜਾਂ ਪੱਤਿਆਂ ਤੋਂ ਤਿਆਰ ਕੀਤੀ ਜਾਂਦੀ ਹੈ। ਰੂੜੀ ਖਾਦ ਨਾਈਟ੍ਰੋਜਨ, ਫਾਸਫੋਰਸ ਤੇ ਪੋਟਾਸ਼ੀਅਮ ਵਰਗੇ ਬਹੁਮਾਤਰੀ ਪੋਸ਼ਕ ਤੱਤਾਂ ਵਧੇਰੇ ਮਾਤਰਾ ਵਿੱਚ ਨਹੀਂ ਹੁੰਦੇ ਹਨ। ਨਹੀਂ ਲਿਖਣਾ, ਯਾਨੀ ਕਿ NPK ਜਿਹੜੀ ਹੈ ਉਹਦੀ ਮਾਤਰਾ ਰੂੜੀ ਖਾਦਾਂ 'ਚ ਕੀ ਹੈ, ਘੱਟ ਹੁੰਦੀ ਹੈ, ਠੀਕ ਹੈ। ਇੱਥੇ ਵਿੱਚੋਂ ਤੁਹਾਨੂੰ ਦੱਸਿਆ ਸੀ NPK ਜਿਹੜੀ ਨੇ ਵੱਧ ਮਾਤਰਾ ਵਿੱਚ ਹੁੰਦੇ ਹਨ, ਠੀਕ ਹੈ। ਇਹ ਧੁੱਪ ਜਾਂ ਮੀਂਹ ਨਾਲ ਖਰਾਬ ਨਹੀਂ ਹੁੰਦੀ। ਤੁਹਾਨੂੰ ਪਤਾ ਹੋਏਗਾ ਗੋਬਰ ਜਿਹੜਾ ਹੈ ਉਹ ਢੇਰ ਜਿਹੜੇ ਪਏ ਹੁੰਦੇ ਕਦੀ ਖਰਾਬ ਨਹੀਂ ਹੁੰਦੇ, ਹੌਲੀ ਹੌਲੀ ਉਹ ਸਗੋਂ ਵੱਧਦੇ ਫੁੱਲਦੇ ਹਨ, ਉਹਨਾਂ ਦੇ ਅੰਦਰ ਜਿਹੜਾ ਹੈ ਉਹ ਬਲੈਕ ਮਾਸ ਦੇ ਵਿੱਚ ਕਨਵਰਟ ਕਰਨਾ ਸ਼ੁਰੂ ਕਰ ਜਾਂਦੇ ਹਨ ਗੋਬਰ, ਤਾਂ ਉਹ ਖਾਦ ਦਾ ਰੂਪ ਧਾਰਨ ਕਰ ਲੈਂਦੇ ਹਨ ਤੇ ਇਹ ਵਿੱਚੋਂ ਖਰਾਬ ਹੋ ਜਾਂਦੇ ਨੇ, ਠੀਕ ਹੈ। ਰਸਾਇਣਿਕ ਖਾਦਾਂ ਪਾਣੀ, ਮੀਂਹ ਜਾਂ ਧੁੱਪ ਨਾਲ ਖਰਾਬ ਹੋ ਜਾਂਦੀਆਂ ਨੇ। ਤੋ ਇਸ ਨਾਲ ਭੂਮੀ ਦੇ ਵਿੱਚ ਮੱਲੜ ਵੀ ਸ਼ਾਮਲ ਹੁੰਦਾ ਹੈ, ਮੱਲੜ ਪ੍ਰਦਾਨ ਕਰਦੇ ਹਨ, ਬੜਾ ਇੰਪੋਰਟੈਂਟ ਪੁਆਇੰਟ ਹੈ, ਠੀਕ ਹੈ। ਮੱਲੜ ਕੀ ਹੁੰਦਾ, ਮੱਲੜ ਹੁੰਦਾ ਹੁਮਸ, ਯਾਨੀ ਕਿ ਤੁਸੀਂ ਦੇਖਿਆ ਹੋਏਗਾ ਜਿਹੜੇ ਪੌਦੇ ਹਨ, ਪੌਦੇ ਜਿਹੜੇ ਆ ਉਹ ਐਕਚੁਅਲ ਦੇ ਵਿੱਚ ਕੀ ਆ, ਜਿੱਦਾਂ ਮੰਨ ਲਓ ਪੱਤੇ ਪਏ ਹੋਏ ਆ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ, ਖੇਤ ਦੇ ਵਿੱਚ ਪੱਤੇ ਪਏ ਹੋਏ ਤੇ ਪੱਤੇ ਕੀ ਆ, ਉਹ ਵੀ ਕਾਰਬਨਿਕ ਪਦਾਰਥ ਹੀ ਹੋਏ, ਹੌਲੀ ਹੌਲੀ ਤੁਹਾਨੂੰ ਪਤਾ ਉਹ ਬਲੈਕ ਮਾਸ 'ਚ ਚੇਂਜ ਕਰ ਜਾਂਦੇ, ਪੱਤਿਆਂ ਦਾ ਰੰਗ ਬਦਲ ਜਾਂਦਾ। ਤੇ ਜਦੋਂ ਪੱਤਿਆਂ ਦਾ ਰੰਗ ਬਦਲ ਗਿਆ ਵਿੱਚੋਂ, ਤਾਂ ਹੌਲੀ ਹੌਲੀ ਉਹ ਜਦੋਂ ਬਲੈਕ ਮਾਸ 'ਚ ਕਨਵਰਟ ਕਰ ਜਾਣੇ, ਉਹਨਾਂ ਵਿੱਚ ਨਮੀ ਵੀ ਹੁੰਦੀ ਆ, ਠੀਕ ਹੈ। ਲੱਗ ਗਿਆ ਪਤਾ। ਤੋ ਮੱਲੜ ਕੀ ਹੈ, ਮੱਲੜ ਹੁਮਸ ਹੁੰਦਾ, ਯਾਨੀ ਕਿ ਨਮੀ ਪ੍ਰਦਾਨ ਕਰਨਾ ਕਿਸੇ ਨੂੰ, ਠੀਕ ਹੈ। ਤੋ ਉਹ ਫਿਰ ਭਰਪੂਰ ਮਾਤਰਾ ਵਿੱਚ ਨਮੀ ਪ੍ਰਦਾਨ ਕਰਦੇ ਹਨ ਤੇ ਇਹਨਾਂ ਵਿੱਚ ਮੱਲੜ ਜਿਹੜਾ ਨਹੀਂ ਹੁੰਦਾ ਹੈ। ਤੋ ਮੱਲੜ ਯਾਦ ਰੱਖਣਾ ਹੈ ਕੀ ਹੈ, ਇੱਕ ਤਰ੍ਹਾਂ ਦੀ ਹੁਮਸ ਯਾਨੀ ਕਿ ਨਮੀ, ਠੀਕ ਹੈ। ਤੇ ਪੌਦੇ ਜਦੋਂ ਪੱਤੇ ਜਿਹੜੇ ਆ ਡਿੱਗ ਜਾਂਦੇ ਆ, ਫਿਰ ਕਾਲੇ ਹੋ ਜਾਂਦੇ ਹੌਲੀ ਹੌਲੀ, ਤਾਂ ਉਹਨਾਂ ਦੇ ਵਿੱਚ ਤੁਸੀਂ ਗਿੱਲੇ ਗਿੱਲੇ ਜਿਹੇ ਹੁੰਦੇ ਆ, ਉਹ ਹੁੰਦੇ ਆ ਨਾ, ਤੇ ਉਹ ਗਿੱਲੇ ਗਿੱਲੇ ਅਗਰ ਹੁੰਦੇ, ਉਹਦਾ ਮਤਲਬ ਕੀ ਆ, ਮੱਲੜ ਪ੍ਰਦਾਨ ਕਰਦੇ ਹਨ। ਤੇ ਇਹਦਾ ਨਾਂ ਵਿੱਚੋਂ ਬਾਕੀ ਤੁਸੀਂ ਕੋਈ ਵੀ 5 ਲਿਖਣੇ ਹੁੰਦੇ ਆ, ਠੀਕ ਹੈ, ਕੋਈ ਵੀ ਇਹਨਾਂ ਚੋਂ ਯਾਦ ਕਰਕੇ ਤੁਸੀਂ ਲਿਖ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ, ਇਹ ਬੱਚੋ ਕੀ ਆ ਕਿ ਫਸਲ ਉਤਪਾਦਨ ਵਿੱਚ ਸੁਧਾਰ ਤੋਂ ਕੀ ਭਾਵ ਹੈ, ਇਸ ਲਈ ਕੀ ਕਾਰਜ ਕੀਤੇ ਜਾਣੇ ਚਾਹੀਦੇ ਹਨ। ਤਾਂ ਬਈ ਦੀ ਭੋਜਨ ਸੰਬੰਧੀ ਮੰਗ ਪੂਰੀ ਕਰਨ ਲਈ ਵੱਖ-ਵੱਖ ਖੇਤੀ ਪੱਧਤੀਆਂ ਅਪਣਾ ਕੇ ਫਸਲਾਂ ਦਾ ਝਾੜ ਵਧਾਉਣ ਨੂੰ ਫਸਲ ਉਤਪਾਦਨ ਵਿੱਚ ਸੁਧਾਰ ਆਖਦੇ ਹਾਂ, ਠੀਕ ਹੈ। ਕੀ ਆਖਦੇ ਹਾਂ, ਫਸਲ ਉਤਪਾਦਨ ਵਿੱਚ ਸੁਧਾਰ ਆਖਦੇ ਹਾਂ। ਤਾਂ ਫਸਲ ਉਤਪਾਦਨ ਸੁਧਾਰ ਲਈ ਵੱਖ-ਵੱਖ ਕਾਰਜ, ਪਹਿਲਾਂ ਤੇ ਉੱਤਮ ਬੀਜ ਦੀ ਚੋਣ ਕਰੋ, ਠੀਕ ਹੈ। ਫਿਰ ਆਧੁਨਿਕ ਮਸ਼ੀਨਰੀ ਦੀ ਵਰਤੋਂ ਕਰੋ ਤੇ ਵਿਦੇਸ਼ੀ ਬੀਜਾਂ ਦਾ ਆਯਾਤ, ਠੀਕ ਹੈ। ਉਹ ਤੋਂ ਬਾਅਦ ਦੋਗਲਾਕਰਨ ਯਾਨੀ ਕਿ ਹਾਈਬ੍ਰਿਡਾਈਜੇਸ਼ਨ ਤੇ ਰਸਾਇਣਿਕ ਖਾਦਾਂ ਤੇ ਕੀਟਨਾਸ਼ਕਾਂ ਦੀ ਉਚਿਤ ਵਰਤੋਂ। ਇਸ ਤਰ੍ਹਾਂ ਆਪਾਂ ਫਸਲ ਉਤਪਾਦਨ ਜਿਹੜਾ ਹੈ ਉਹਦਾ ਜਿਹੜਾ ਕਹਿ ਲਓ ਵੀ ਫਸਲਾਂ ਦਾ ਝਾੜ ਜਿਹੜਾ ਹੈ ਉਹ ਵਧਾ ਸਕਦੇ ਹਾਂ, ਠੀਕ ਹੈ। ਅਗਲਾ ਕੁਐਸਚਨ, ਵਰਮੀ ਕੰਪੋਸਟ ਕਿਵੇਂ ਤਿਆਰ ਕੀਤੀ ਜਾਂਦੀ ਹੈ। ਤਾਂ ਵਰਮੀ ਕੰਪੋਸਟ ਵਿੱਚੋਂ ਤਿਆਰ ਕਰਨ ਦਾ ਤਰੀਕਾ ਕੀ ਹੈ, ਇਹ ਤੁਸੀਂ ਆਪਣੇ ਸਕੂਲ ਦੇ ਵਿੱਚ ਵੀ ਪਲਾਂਟ ਜਿਹੜਾ ਉਹ ਲਾ ਸਕਦੇ ਹੋ। ਤੇ ਇਹਦੇ ਲਈ ਪਹਿਲਾਂ ਤੁਹਾਨੂੰ ਕੀ ਕਰਨਾ ਪੈਣਾ, ਤੁਹਾਨੂੰ ਇੱਕ ਇਹਦੇ ਵਿੱਚ ਨਾ 2-2 ਮੀਟਰ ਤੇ ਲੰਬੀ ਜਿਹੜੀ ਆ ਕਿਆਰੀਆਂ ਬਣਾਉਣੀਆਂ ਪੈਣੀਆਂ,
50 ਸੈਂਟੀਮੀਟਰ ਚੌੜੀ ਤੇ 50 ਤੋਂ 70 ਸੈਂਟੀਮੀਟਰ ਉਹ ਡੂੰਘੀ ਹੋਵੇ ਥੱਲੇ ਨੂੰ, ਠੀਕ ਹੈ। ਮਤਲਬ ਇਹ ਇੱਕ ਤਰ੍ਹਾਂ ਦੀ ਪਹਿਲਾਂ ਤੇ ਇਹਦੇ ਵਿੱਚ ਜੁੜਵੇਂ ਦੋ ਖਾਨੇ ਬਣਾਉਂਦੇ ਆਪਾਂ, ਠੀਕ ਹੈ। ਮੈਂ ਤੁਹਾਨੂੰ ਇਹਦਾ ਪਿਕਚਰ ਵੀ ਇਹਦੇ ਵਿੱਚ ਅਪਲੋਡ ਕਰ ਦੂੰਗਾ ਤੇ ਇਹਦੇ ਵਿੱਚ ਇਹਦਾ ਦੋ ਖਾਨੇ ਬਣਾਉਣੇ ਪੈਂਦੇ ਆ। ਉਹ ਖਾਨਿਆਂ ਦਾ ਸਾਈਜ਼ ਜਿਹੜਾ ਹੈ 2 ਮੀਟਰ ਲੰਬਾ, 50 ਸੈਂਟੀਮੀਟਰ ਚੌੜਾ ਤੇ 70 ਤੋਂ ਸੈਂਟੀਮੀਟਰ ਥੱਲੇ ਨੂੰ ਡੂੰਘਾ ਹੋਣਾ ਚਾਹੀਦਾ। ਉਹ ਇਹਨਾਂ ਨੂੰ ਇੱਟਾਂ ਦਾ ਸੀਮੈਂਟ ਦੇ ਨਾਲ ਤਿਆਰ ਕਰ ਲਓ, ਠੀਕ ਹੈ। ਫਿਰ ਉਸ ਤੋਂ ਬਾਅਦ ਪਲਾਸਟਰ ਕਰ ਲਓ ਅੰਦਰੋਂ, ਤੇ ਟੋਏ ਜਿਹੜੇ ਨੇ ਆਪਸ ਵਿੱਚ ਇਹਨਾਂ ਵਿੱਚ ਇੱਕ ਸਾਂਝੀ ਕੰਧ ਲਗਾ ਕੇ, ਠੀਕ ਹੈ। ਤਾਂ ਉਸ ਸਾਂਝੀ ਕੰਧ ਦੇ ਵਿੱਚ ਛੋਟੇ ਛੋਟੇ ਛੇਕ ਕਰ ਦੇਣੇ, ਜਿੱਦਾਂ ਆਪਾਂ ਇੱਟਾਂ ਦੇ ਥੋੜ੍ਹੇ ਥੋੜ੍ਹੇ ਜਿਹੜੀ ਆ ਉਹ ਜਗ੍ਹਾ ਛੱਡ ਦੇਣੀ ਉਹਦੇ ਵਿੱਚ, ਠੀਕ ਹੈ। ਤਾਂ ਫਿਰ ਉਹਦੇ ਵਿੱਚ ਕੀ ਕਰਨਾ ਹੁਣ ਕਿ ਇਹ ਟੋਏ ਕੀ ਆ ਜ਼ਮੀਨੀ ਸਤ੍ਹਾ ਤੇ ਬਣਾਏ ਜਾਂਦੇ ਹਨ, ਠੀਕ ਹੈ। ਤਾਂ ਪਹਿਲੇ ਵਿੱਚ ਕੀ ਹੈ ਗੋਹੇ, ਪਹਿਲਾਂ ਇਹਦੇ ਵਿੱਚ ਕੀ ਹੈ ਗੋਹਾ, ਪੱਤਿਆਂ ਦਾ ਮਿਸ਼ਰਣ, ਪਾਣੀ ਪਾ ਕੇ ਲਗਭਗ 30 ਦਿਨਾਂ ਦੇ ਵਿੱਚ ਇਹਨਾਂ ਨੂੰ 30 ਦਿਨਾਂ ਲਈ ਇਹਨਾਂ ਨੂੰ ਕੀ ਆ ਬੰਦ ਕਰਕੇ ਗਲਣ ਸੜਨ ਲਈ ਰੱਖ ਦਿੱਤਾ ਜਾਂਦਾ ਹੈ। ਤਾਂ ਫਿਰ ਇਹ ਟੋਏ ਦੇ ਵਿੱਚ ਗੰਡੋਏ, ਸਪੈਸ਼ਲ ਟਾਈਪ ਦੇ ਗੰਡੋਏ ਹੁੰਦੇ ਆ, ਠੀਕ ਹੈ। ਉਹ ਲਿਆ ਕੇ ਇਹਦੇ ਵਿੱਚ ਛੱਡੇ ਜਾਂਦੇ ਹਨ ਤੇ ਦੂਜੇ ਵਿੱਚ ਪੱਤੇ ਅਤੇ ਗੋਹਾ ਪਾ ਕੇ ਪਾਣੀ ਛਿੜਕਿਆ ਜਾਂਦਾ ਹੈ। ਦੂਜੇ ਟੋਏ ਦੇ ਵਿੱਚ ਕੀ ਕਰਨਾ, ਤੁਸੀਂ ਪੱਤੇ ਤੇ ਗੋਹਾ ਪਾ ਕੇ ਪਾਣੀ ਜਿਹੜਾ ਉਹ ਛਿੜਕ ਦੇਣਾ। ਤੇ ਦੋਵੇਂ ਟੋਇਆਂ ਨੂੰ ਪਾਣੀ ਛਿੜਕ ਕੇ ਗਿੱਲਾ ਰੱਖਿਆ ਜਾਂਦਾ ਹੈ। ਫਿਰ ਉਸ ਤੋਂ ਬਾਅਦ ਪਾਣੀ ਛਿੜਕੀ ਜਾਣਾ, ਠੀਕ ਹੈ, ਗਿੱਲਾ ਰੱਖਿਆ ਜਾਣਾ। ਉਸ ਤੋਂ ਬਾਅਦ 40 ਤੋਂ 45 ਦਿਨਾਂ ਬਾਅਦ ਵਿੱਚੋਂ ਪਹਿਲੇ ਟੋਏ ਵਿੱਚ ਉਬਲੀ ਹੋਈ ਚਾਹ ਪੱਤੀ ਵਰਗੀ ਵਰਮੀ ਕੰਪੋਸਟ ਤੁਹਾਨੂੰ ਤਿਆਰ ਮਿਲੂਗੀ, ਠੀਕ ਹੈ। ਮਤਲਬ ਚਾਹ ਪੱਤੀ ਵਰਗੀ, ਕਿਉਂਕਿ ਗੰਡੋਇਆਂ ਨੇ ਕੀ ਕਰਨਾ, ਗੰਡੋਇਆਂ ਨੇ ਉਹ ਖਾਣੇ ਸ਼ੁਰੂ ਕਰ ਦੇਣੇ ਪੱਤੇ ਜੋ ਵੀ ਉਹਦੇ ਵਿੱਚ ਹੈਗੇ ਆ। ਤੇ ਉਹਦੇ ਨਾਲ ਕੀ ਆ, ਉਹ ਤੁਹਾਨੂੰ ਪਤਾ ਫਿਰ ਐਕਸਕ੍ਰੀਟਰਾ ਛੱਡਦੇ, ਯਾਨੀ ਕਿ ਉਹਨਾਂ ਦੇ ਵੇਸਟ ਪਦਾਰਥ ਜਿਹੜੇ ਨੇ ਉਹ ਨਿਕਲਦੇ ਹਨ ਤੇ ਖਾਣਾ ਖਾਣ ਤੋਂ ਬਾਅਦ ਪਾਚਨ ਤੰਤਰ ਪਾਚਨ ਕਰਦੇ ਹਨ। ਤੇ ਉਸ ਤੋਂ ਬਾਅਦ ਫਿਰ ਕੀ ਆ, ਉਹ ਜਿਹੜਾ ਐਕਸਕ੍ਰੀਟਰਾ ਹੈਗਾ ਉਹ ਕੀ ਆ, ਉਹ ਚਾਹ ਪੱਤੀ ਦੇ ਉਬਲੇ ਦਾਣਿਆਂ ਵਰਗਾ ਹੋਊਗਾ, ਠੀਕ ਹੈ। ਤੇ ਫਿਰ ਉਸ ਟੋਏ ਦੇ ਵਿੱਚ ਪਾਣੀ ਛਿੜਕਣਾ ਬੰਦ ਕਰ ਦੇਣਾ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਉਹ ਬਣਨੇ ਸ਼ੁਰੂ ਹੋ ਗਏ। ਤਾਂ ਫਿਰ ਉਹਨੂੰ ਹੌਲੀ ਹੌਲੀ ਉਹ ਵਰਮੀ ਕੰਪੋਸਟ ਸੁੱਕਣ ਲੱਗ ਪੈਂਦੀ ਹੈ। ਤੇ ਗੰਡੋਏ ਜਿਹੜੇ ਹਨ ਹੁਣ ਕੀ ਕਰਨਗੇ, ਗੰਡੋਏ ਆਪਣੇ ਆਪ ਹੀ ਦੂਜੇ ਟੋਏ ਵਿੱਚ ਚਲ ਜਾਣੇ, ਕਿਉਂਕਿ ਉੱਥੇ ਗੋਹਾ ਕੀ ਹੋਣਾ, ਗਿੱਲਾ, ਕਿਉਂਕਿ ਉਹ ਦੂਜੇ ਪਾਸੇ ਸੁੱਕ ਗਿਆ। ਤੇ ਉਹ ਗੰਡੋਏ ਆਪਣੇ ਆਪ ਹੀ ਉਹ ਟੋਇਆਂ ਰਾਹੀਂ ਦੂਜੇ ਪਾਸੇ ਚਲ ਜਾਣੇ, ਜਿੱਥੇ ਉਹਨਾਂ ਨੂੰ ਗਿੱਲਾਪਨ ਮਿਲੂਗਾ। ਸੁੱਕੀ ਵਰਮੀ ਕੰਪੋਸਟ ਨੂੰ ਫਿਰ ਤੁਸੀਂ ਛਾਣ ਲੈਣਾ ਤੇ ਛਾਣ ਕੇ ਵਿੱਚੋਂ ਉਹਨੂੰ ਤੁਸੀਂ ਕੀ ਆ, ਛਾਨਣ ਤੋਂ ਬਾਅਦ ਉਹਦੇ ਵਿੱਚੋਂ ਜੇ ਕੋਈ ਮੰਨ ਲਓ ਗੰਡੋਇਆਂ ਦਾ ਕਕੂਨ ਆ, ਲਾਰਵਾ ਹੈਗਾ, ਉਹਨੂੰ ਦੂਜੇ ਟੋਏ 'ਚ ਪਾ ਦੇਣਾ ਤੇ ਪਹਿਲੇ ਟੋਏ ਨੂੰ ਮੁੜ ਕੇ ਫਿਰ ਸਾਫ਼ ਕਰਕੇ ਦੁਬਾਰਾ ਫਿਰ ਉਹ ਭਰ ਦਿਓ। ਉਸੇ ਤਰੀਕਿਆਂ ਨੂੰ ਬਾਰ-ਬਾਰ ਦੁਹਰਾਈ ਜਾਓ ਤੇ ਤੁਹਾਨੂੰ ਖਾਦ ਜਿਹੜੀ ਆ ਉਹ ਮਿਲੀ ਜਾਣੀ ਆ, ਠੀਕ ਹੈ। ਵਰਮੀ ਕੰਪੋਸਟ ਤਿਆਰ ਕਰਨ ਦਾ ਤਰੀਕਾ ਇਹ ਹੁੰਦਾ ਹੈ, ਓਕੇ। ਸੋ this is explain how a vermicompost is prepared. So for that, earthworm converted decomposed animal dung into nutrients rich manure. This is known as vermicompost. So there are some steps for making the vermicompost which are as follows. तो सब तो पहला ਇਹਦੇ ਵਿੱਚ ਕੀ ਹੈ, we will make the two pits, ठीक है। ਉਹ cemented होंगे, pit बनावांगे, that will be made from the bricks and cement, and pits are made at the ground level, ठीक है। And there may be the alternative holes on which are connected. These two pits will be connected to each other, ਔਰ ਜਿਹੜੀ ਉਹਦੇ ਵਿੱਚ ਸੈਂਟਰ 'ਚ ਕੰਧ ਹੋਏਗੀ ਉਸ ਵਿੱਚ ਆਪਾਂ ਛੋਟੇ ਛੋਟੇ ਹੋਲ ਜਿਹੜੇ ਆ ਉਹ ਕਰ ਦੇਣੇ ਹਨ, ਠੀਕ ਹੈ। ਫਿਰ ਉਸ ਤੋਂ ਬਾਅਦ ਅਸੀਂ ਕੀ ਆ, ਫਸਟ ਜਿਹੜਾ ਟੋਇਆ ਹੋਏਗਾ ਉਹਦੇ ਵਿੱਚ ਅਸੀਂ ਐਨੀਮਲ ਡੰਗ, ਲੀਵਸ ਆਰ ਵਾਟਰਡ, ਠੀਕ ਹੈ। ਲੀਵਸ ਜਿਹੜੇ ਨੇ ਉਹਨਾਂ ਨੂੰ ਰੱਖ ਦੇਣਾ ਹੈ ਤੇ ਥੋੜ੍ਹਾ ਥੋੜ੍ਹਾ ਉਹਦੇ ਵਿੱਚ ਪਾਣੀ ਪਾ ਦੇਣਾ ਤੇ ਉਹਨਾਂ ਨੂੰ ਡਿਕੇ ਕਰਨ ਲਈ ਫਸਟ ਪਿਟ ਦੇ ਵਿੱਚ ਅਰਾਊਂਡ 30 ਡੇਜ਼ ਲਈ ਰੱਖਾਂਗੇ। ਨਾਓ ਅਰਥਵਰਮ ਇਜ਼ ਰਿਲੀਜ਼ਡ ਇਨਟੂ ਦੀ ਪਿਟ, ਠੀਕ ਹੈ। ਐਨੀਮਲ ਡੰਗ ਜਿਹੜਾ ਫਸਟ ਵਾਲਾ ਉਹਦੇ ਵਿੱਚ ਅਰਥਵਰਮ ਨੂੰ ਇੰਟਰੋਡਿਊਸ ਕੀਤਾ ਜਾਂਦਾ ਹੈ ਤੇ ਵਾਟਰ ਜਿਹੜਾ ਹੌਲੀ ਹੌਲੀ ਪਾ ਦਿੱਤਾ ਜਾਂਦਾ ਹੈ। ਤੇ ਬਾਕੀ ਜਿਹੜਾ ਹੈ ਡੰਗ, ਲੀਵਸ ਤੇ ਵਾਟਰ ਜਿਹੜਾ ਸੈਕਿੰਡ ਪਿਟ ਦੇ ਵਿੱਚ ਵੀ ਪਾ ਦਿੱਤੇ ਜਾਂਦੇ ਹਨ, ਪਰ ਇਹ 'ਚ ਹਲੇ ਗੰਡੋਏ ਨਹੀਂ ਪਾਣੇ। ਤੇ ਵੀ ਵਿਲ ਕੀਪ ਦਿਸ ਅੰਡਰ ਆਬਜ਼ਰਵੇਸ਼ਨ ਫॉर 40 to 45 ਡੇਜ਼, ਠੀਕ ਹੈ। 40 ਤੋਂ 45 ਡੇਜ਼ ਦੇ ਵਿੱਚ ਕੀ ਹੋਏਗਾ, ਇਹਦੇ ਵਿੱਚ ਇਹ ਹੌਲੀ ਹੌਲੀ ਜਿੱਦਾਂ ਚਾਹ ਪੱਤੀ ਦੇ ਦਾਣੇ ਹੁੰਦੇ ਹਨ ਉੱਦਾਂ ਦਾ ਵਿੱਚੋਂ ਇੱਥੇ ਬਲੈਕ ਮਾਸ ਜਿਹੜਾ ਕਨਵਰਟ ਹੋਣਾ ਸ਼ੁਰੂ ਹੋ ਜਾਊਗਾ। ਤੇ ਉਸ ਟਾਈਮ ਤੇ ਤੁਸੀਂ ਫਿਰ ਪਾਣੀ ਜਿਹੜਾ ਪਾਉਣਾ ਬੰਦ ਕਰ ਦੇਣਾ, ਮਤਲਬ ਕਿ ਗਿੱਲਾ ਜਿਹੜਾ ਰੱਖਣਾ ਜ਼ਰੂਰੀ ਹੈ, ਬਿਕੋਜ਼ ਸਿੱਲ ਦੇ ਵਿੱਚ ਗੰਡੋਏ ਜਿਹੜੇ ਨੇ ਉਹ ਜ਼ਿਆਦਾ ਐਕਟਿਵ ਹੁੰਦੇ ਹਨ। ਤੇ ਫਿਰ ਉਸ ਤੋਂ ਬਾਅਦ ਜਦੋਂ ਪਤਾ ਲੱਗ ਗਿਆ ਵੀ ਉਹਦੇ ਵਿੱਚ ਜਿਹੜਾ ਬਲੈਕ ਮਾਸ ਜਿਹੜਾ ਡਿਪੋਜ਼ਿਟ ਹੋ ਗਿਆ ਹੈ, ਲਾਈਕ ਚਾਹ ਪੱਤੀ ਦੇ ਦਾਣੇ ਜਿੱਦਾਂ ਹੁੰਦੇ ਨੇ, ਤੇ ਫਿਰ ਤੁਸੀਂ ਪਾਣੀ ਪਾਉਣਾ ਬੰਦ ਕਰ ਦੇਣਾ। ਉਸ ਤੋਂ ਬਾਅਦ ਇਹ ਹੌਲੀ ਹੌਲੀ ਸੁੱਕ ਜਾਏਗਾ। ਸੁੱਕਣ ਵਾਲਾ ਮਾਸ ਜਿਹੜਾ ਹੈ ਉਹਨੂੰ ਇੱਦਾਂ ਰਹਿਣ ਦੇਣਾ ਤੇ ਗੰਡੋਏ ਜਿਹੜੇ ਨੇ ਆਟੋਮੈਟਿਕਲੀ ਸੈਕਿੰਡ ਪਿਟ 'ਚ ਚਲੇ ਜਾਣਗੇ।
ਤੇ ਉਹ ਕਿਉਂਕਿ ਉਹ ਗਿੱਲਾ ਹੈ, ਠੀਕ ਹੈ। ਤੋ ਇਹ ਸੁੱਕਣ ਵਾਲੇ ਨੂੰ ਛਾਣ ਕੇ ਉਹਦੇ ਵਿੱਚੋਂ ਤੁਹਾਨੂੰ ਵਰਮੀ ਕੰਪੋਸਟ ਜਿਹੜੀ ਉਹ ਮਿਲ ਜੂਗੀ ਤੇ ਵਿੱਚੋਂ ਇਹ ਪ੍ਰੋਸੀਜਰ ਜਿਹੜਾ ਅਸੀਂ ਅੱਗੇ ਤੋਂ ਅੱਗੇ ਕਰਦੇ ਰਹਿਣਾ ਹੁੰਦਾ ਹੈ, ਠੀਕ ਹੈ। ਸੋ ਦਿਸ ਇਜ਼ ਹਾਊ ਵੀ ਕੈਨ ਮੇਕ ਦੀ ਵਰਮੀ ਕੰਪੋਸਟ ਐਂਡ ਵਰਮੀ ਕੰਪੋਸਟ ਜਿਹੜਾ ਹੈ ਉਹ ਐਨੀਮਲ ਡੰਗ, ਠੀਕ ਹੈ, ਤੋਂ ਤਿਆਰ ਕੀਤਾ ਜਾਂਦਾ ਹੈ ਵਿਦ ਦੀ ਹੈਲਪ ਆਫ ਅਰਥਵਰਮਸ ਯਾਨੀ ਕਿ ਗੰਡੋਇਆਂ ਦੇ ਦੁਆਰਾ ਤਿਆਰ ਕੀਤਾ ਜਾਂਦਾ ਹੈ। ਔਰ ਇਹ ਬੜੀ ਵਧੀਆ ਖਾਦ ਹੈ ਅੱਜ ਕੱਲ੍ਹ ਔਰਗੈਨਿਕ ਖਾਦ, ਇਹਨੂੰ ਇਹੀ ਔਰਗੈਨਿਕ ਖਾਦ ਜਿਹਨੂੰ ਆਪਾਂ ਦੇਸੀ ਖਾਦ ਕਹਿੰਦੇ ਹਾਂ, ਤਾਂ ਇਹ ਵਧੀਆ ਖਾਦ ਮੰਨੀ ਗਈ ਹੈ, ਠੀਕ ਹੈ। ਉਸ ਤੋਂ ਬਾਅਦ ਵਿੱਚੋਂ ਨੈਕਸਟ ਹੈਗਾ ਵੱਖ-ਵੱਖ ਖੇਤੀ ਕਾਰਜ ਵਿਧੀਆਂ ਕੀ ਹਨ, ਠੀਕ ਹੈ, ਕੀ ਹਨ। ਤਾਂ ਇਹਦੇ ਵਿੱਚ ਦੋ ਵਿਧੀਆਂ ਦਾ ਵਰਣਨ ਕਰਨਾ ਹੈ। ਸਭ ਤੋਂ ਪਹਿਲਾਂ ਹੁੰਦਾ ਹੈ ਬੱਚੋ ਦੇਖੋ ਖੇਤੀ ਵਿੱਚ ਕਾਰਜ ਦੇ ਵਿੱਚ ਸਭ ਤੋਂ ਪਹਿਲਾਂ ਜ਼ਮੀਨ ਦੀ ਤਿਆਰੀ ਕੀਤੀ ਜਾਂਦੀ ਹੈ, ਭੂਮੀ ਦੀ ਤਿਆਰੀ। ਸੈਕਿੰਡ ਸਟੈਪ ਹੁੰਦਾ ਹੈ ਉਸ ਵਿੱਚ ਬੀਜ ਬੀਜਣਾ, ਇਹ ਭੂਮੀ ਦੀ ਤਿਆਰੀ ਵਿੱਚ ਸੁਹਾਗਾ ਲੈਵਲਿੰਗ, ਠੀਕ ਹੈ, ਸਾਰਾ ਕੁਛ ਆ ਜਾਣਾ। ਬੀਜ ਬੀਜਣ ਤੋਂ ਬਾਅਦ ਫਿਰ ਆਪਾਂ ਉਹਦੇ ਵਿੱਚ ਕੀ ਹੈ ਖਾਦ ਜੋ ਵੀ ਸਾਨੂੰ ਜ਼ਰੂਰਤ ਹੈ ਰਸਾਇਣਿਕ ਖਾਦ ਜਾਂ ਰੂੜੀ ਖਾਦ ਉਹ ਪਾਉਂਦੇ ਹਾਂ। ਫਿਰ ਅਸੀਂ ਜਦੋਂ ਬੀਜ ਪੁੰਗਰ ਪੈਂਦੇ ਹਨ ਫਿਰ ਅਸੀਂ ਸਿੰਚਾਈ ਕਰਦੇ ਹਾਂ। ਸਿੰਚਾਈ ਕਰਨ ਤੋਂ ਬਾਅਦ ਉਹਦੇ ਵਿੱਚ ਜੇ ਮੰਨ ਲਓ ਪੌਦਿਆਂ ਦੇ ਨਾਲ ਕੋਈ ਬੇਲੋੜੇ ਪਦਾਰਥ ਪੌਦੇ ਜਿਹੜੇ ਉੱਗ ਗਏ ਉਹਨਾਂ ਨੂੰ ਆਪਾਂ ਨਦੀਨ ਕੱਢਣਾ ਕਹਿੰਦੇ ਹਨ, ਠੀਕ ਹੈ। ਤਾਂ ਵੀਡੀਸਾਈਡ ਜਿਹੜਾ ਵੀਡਸ ਜਿਹੜੇ ਨੇ ਉਹਨਾਂ ਨੂੰ ਰਿਮੂਵ ਕੀਤਾ ਜਾਂਦਾ ਹੈ ਤੇ ਕੀਟਾਂ ਦੇ ਤੋਂ ਸੁਰੱਖਿਆ ਕਰਨ ਲਈ ਸਪਰੇਅ ਵਗੈਰਾ ਕਰਦੇ ਹਾਂ। ਫਿਰ ਕਟਾਈ ਹੁੰਦੀ ਹੈ, ਫਿਰ ਗਹਾਈ ਤੇ ਲਾਸਟ ਵਿੱਚ ਅਸੀਂ ਜਿਹੜਾ ਗਹਾਈ ਤੋਂ ਬਾਅਦ ਭੰਡਾਰਨ ਜਿਹੜਾ ਉਹ ਕਰ ਲਿਆ ਜਾਂਦਾ। ਤਾਂ ਸਿੰਚਾਈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਾਣੀ ਸਮੇਂ ਸਿਰ ਦੇਣ ਨੂੰ ਵਿਧੀ ਨੂੰ ਅਸੀਂ ਸਿੰਚਾਈ ਆਖਦੇ ਹਨ। ਇਹ ਕੁਐਸਚਨ ਕਈ ਵੇਲੇ ਪੇਪਰ 'ਚ 1 ਨੰਬਰ 'ਚ ਵੀ ਆ ਜਾਂਦਾ। ਤੇ ਚੇਨ ਪੰਪ, ਹਲਟ, ਟੇਕਲੀ, ਨਵੀਨ ਫੁਆਰਾ ਪ੍ਰਣਾਲੀ, ਠੀਕ ਹੈ, ਤੁਪਕਾ ਪ੍ਰਣਾਲੀ, ਇਹ ਸਾਰੀਆਂ ਘਿਰਨੀ ਪ੍ਰਣਾਲੀ, ਇਹ ਸਾਰੇ ਢੰਗ ਹਨ ਜਿਨ੍ਹਾਂ ਨਾਲ ਅਸੀਂ ਸਿੰਚਾਈ ਕਰ ਸਕਦੇ ਹਾਂ। ਤੇ ਫਿਰ ਕਟਾਈ ਤੇ ਗਹਾਈ ਦਾ ਪਤਾ ਹੀ ਹੈ ਤੁਹਾਨੂੰ, ਕਟਾਈ ਕੀ ਹੈ, ਫਸਲ ਪੱਕ ਗਈ ਉਸ ਤੋਂ ਬਾਅਦ ਉਹਦੀ ਕਟਾਈ ਕਰ ਲਈ ਜਾਂਦੀ ਹੈ, ਠੀਕ ਹੈ। ਤੋ ਇਹੀ ਇਹੀ ਹੱਥਾਂ ਦੇ ਨਾਲ ਵੀ ਤੁਸੀਂ ਜਾਂ ਮਸ਼ੀਨਾਂ ਰਾਹੀਂ ਵੀ ਤੁਹਾਨੂੰ ਪਤਾ ਕਟਾਈ ਹੁੰਦੀ ਹੈ। ਤੇ ਤੂੜੀ ਤੋਂ ਦਾਣੇ ਵੱਖ ਕਰਨ ਦੀ ਵਿਧੀ ਨੂੰ ਅਸੀਂ ਗਹਾਈ ਆਖਦੇ ਹਾਂ। ਕੀ ਆਖਦੇ ਹਾਂ? ਗਹਾਈ। ਗਹਾਈ ਕੀ ਹੈ? ਤੂੜੀ ਨੂੰ ਦਾਣਿਆਂ ਤੋਂ ਅਲੱਗ ਕਰਨਾ, ਓਕੇ। So these are the various agriculture practices which we use and first is preparation of soil, second is sowing of seeds, ठीक है, third is addition of manure and fertilizer, irrigation, removal of weeds, protection from pest, harvesting, threshing, storage. These all are the various agriculture practices which we use while sowing or buying production of a crop, okay। so these are the questions ਬੱਚੇ। ਇਹ ਸਾਡਾ ਤੁਹਾਡਾ ਸਾਰਾ ਜਿਹੜਾ ਚੈਪਟਰ ਹੈਗਾ ਉਹ ਕਵਰ ਹੋ ਚੁੱਕਾ ਹੈ। ਇਸ ਨੂੰ ਬੱਚੋ ਹੁਣ ਤੁਸੀਂ ਆਪਣੀ ਆਪਣੀ ਕਾਪੀਜ਼ ਦੇ ਉੱਪਰ ਲਿਖ ਲੈਣਾ ਹੈ, ਚੰਗੀ ਤਰ੍ਹਾਂ ਯਾਦ ਕਰ ਲੈਣੇ ਹਨ ਕੁਐਸਚਨ। ਕਿਸੇ ਨੇ ਵੀ ਕੋਈ ਵੀ ਕੁਐਸਚਨ ਜਿਹੜਾ ਉਹ ਲੀਵ ਨਹੀਂ ਕਰਨਾ ਹੈ, ਸਾਰੇ ਇੰਪੋਰਟੈਂਟ ਹਨ ਔਰ ਸਾਰੇ ਡੇਲੀ ਰੂਟੀਨ ਦੇ ਵਿੱਚ ਕੰਮ ਆਉਣ ਵਾਲੇ ਹਨ। ਤੁਸੀਂ ਆਮ ਤੌਰ ਤੇ ਦੇਖਿਆ ਹੀ ਹੋਏਗਾ ਸਾਰੇ, ਓਕੇ ਜੀ। ਥੈਂਕ ਯੂ ਵੈਰੀ ਮਚ। ਸੈਕਿੰਡ ਚੈਪਟਰ ਅਸੀਂ ਅਗਲੀ ਵਾਰ ਕਰਾਂਗੇ। ਥੈਂਕ ਯੂ।